ਬਾਣੀ ਦਾ ਸਤਿਕਾਰ ਕਰਨਾ ਚਾਹੀਦਾ। ਇਹ ਬਹੁਤ ਗਲਤ ਪਿਰਤ ਪਈ ਹੋਈ ਮੈਂ ਕਹਾਂਗਾ ਸਿੱਖ ਧਰਮ ਦੇ ਅੰਦਰ ਵੀ। ਜਿਹੜਾ ਗੁਰਬਾਣੀ ਅਖਬਾਰਾਂ 'ਚ ਲਿਖ ਰਹੇ ਨੇ, ਮੈਗਜ਼ੀਨਾਂ 'ਚ ਲਿਖੀ ਜਾ ਰਹੀ ਹੈ, ਵਿਆਹਾਂ ਦੇ ਕਾਰਡਾਂ ਉੱਤੇ ਮਰਗਤ ਦਾ ਭੋਗ ਪਾਉਣਾ ਕਾਰਡ ਛਪ ਰਹੇ ਨੇ, ਉਹਦੇ ਉੱਤੇ ਵੀ ਲਿਖਿਆ ਜਾ ਰਿਹਾ ਹੈ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਕਦੇ ਸੋਚਿਆ ਕਦੇ ਕਰ, ਪਰ ਸਾਨੂੰ ਲੋੜ ਨਹੀਂ। ਮੇਰਾ ਖਿਆਲ ਅਸੀਂ ਸਮਝਦੇ ਹਾਂ ਸਾਨੂੰ ਕੀ ਲੋੜ ਹੈ, ਅਸੀਂ ਸੋਚੀਏ, ਅਸੀਂ ਵਿਚਾਰੀਏ। ਵਿਚਾਰਨ ਵਾਲੀ ਗੱਲ ਇਹ ਹੀ ਹੈ ਕਿ ਬਾਣੀ ਜਿਹੜੀ ਉਹ ਗਰਭ ਵਿੱਚ ਜਾ ਰਹੀ ਹੈ, ਸਾਰੀ ਕੂੜੇਦਾਨਾਂ ਸੁੱਟ ਰਹੇ ਹਾਂ, ਅਸੀਂ ਮੱਥਾ ਟੇਕ ਰਹੇ ਹਾਂ। ਇੱਕ ਬੰਨੇ ਕਿੱਡੀ ਮੂਰਖਤਾ ਹੈ। ਇਨਸਾਨ ਨੇ ਆਪਣੀ ਅਕਲ ਦਾ ਜਨਾਜ਼ਾ ਨਹੀਂ ਕੱਢਿਆ ਹੋਇਆ ਤੇ ਹੋਰ ਕੀ ਹੈ। ਇੱਕ ਬੰਨੇ ਮੱਥੇ ਟੇਕ ਰਿਹਾ, ਨੱਕ ਰਗੜ ਰਿਹਾ, ਮਹਾਰਾਜ ਬਖਸ਼ੋ, ਕਿਰਪਾ ਕਰੋ। ਇੱਕ ਬੰਨੇ ਉਹੀ ਬਾਣੀ ਹੈ ਜਿਹਨੂੰ ਕੂੜੇਦਾਨ ਵਿੱਚ ਗੰਦਗੀ ਦੇ ਉੱਤੇ ਸੁੱਟ ਰਿਹਾ ਹੈ। ਇਹ ਸਾਧ ਸੰਗਤ ਇੱਕ ਬਚਨ। ਦੂਜਾ, ਗੁਰੂ ਸਾਹਿਬ ਦੇ ਮੈਂ ਗੱਲ ਇੱਥੋਂ ਚੱਲ ਪਈ ਕਿ ਗੁਰੂ ਸਾਹਿਬ ਸਰਗੁਣ ਤੇ ਨਿਰਗੁਣ ਰੂਪ ਵਿੱਚ ਹਾਜ਼ਰ ਨੇ। ਇੱਕ ਤੇ ਸਰਗੁਣ ਰੂਪ ਜਿਵੇਂ ਦਿਖਾਈ ਦੇ ਰਹੇ ਨੇ ਮਹਾਰਾਜ ਜੀ, ਚੌਰ ਸਾਹਿਬ ਕਰਦੇ ਆ, ਸਰੂਪ ਦਿਖਾਈ ਦਿੰਦਾ, ਇਹ ਹੈ ਸਰਗੁਣ ਰੂਪ। ਬਾਹਰਲਾ ਰੂਪ ਜਿਵੇਂ ਦਿਖਾਈ ਦੇ ਰਿਹਾ ਹੈ, ਇੰਨੀਆਂ ਵਾਰਾਂ ਨੇ, ਇੰਨੇ ਸ਼ਬਦ ਨੇ, ਇੰਨੇ ਅੰਗ ਨੇ, ਇਸ ਤਰ੍ਹਾਂ ਨਾਲ ਸਾਰਾ ਕੁਛ। ਇੱਕ ਹੈ ਨਿਰਗੁਣ ਰੂਪ। ਨਿਰਗੁਣ ਰੂਪ ਹੈ ਜਿਹੜੀ ਸ਼ਬਦ ਹੈ ਨਾ, ਸ਼ਬਦ ਦੇ ਵਿੱਚ ਜਿਹੜਾ ਤਾਕਤ ਹੈ ਗੁਪਤ, ਉਹ ਨਿਰਗੁਣ ਰੂਪ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਉਹ ਕਿੱਦਾਂ ਜ਼ਾਹਰ ਹੁੰਦੀ ਹੈ, ਉਹ ਇੱਕ ਲੰਮਾ ਵਿਸ਼ਾ, ਉਹਦੇ ਲਈ ਇੱਕ ਵੱਖਰਾ ਸਾਧ ਸੰਗਤ ਸਮਾਂ ਚਾਹੀਦਾ ਉਹਨੂੰ ਵਿਚਾਰਨ ਵਾਸਤੇ। ਉਹ ਜਾਪ ਦੇ ਨਾਲ ਪ੍ਰਗਟ ਹੁੰਦੀ ਹੈ, ਸ਼ਕਤੀ ਹੈ। ਪਰ ਸਾਡੀ ਜ਼ਿੰਦਗੀ ਦੇ ਵਿੱਚ ਉਹ ਕਿਵੇਂ ਪ੍ਰਗਟ ਹੋਵੇਗੀ? ਜਿਹੜਾ ਜਾਪ ਕਰੇਗਾ ਉਹਦੀ ਜ਼ਿੰਦਗੀ ਦੇ ਵਿੱਚ ਉਹ ਪ੍ਰਵੇਸ਼ ਕਰੇਗੀ। ਹੈ ਸ਼ਬਦ ਦੇ ਵਿੱਚ ਸ਼ਕਤੀ ਅਥਾ ਕਿੰਨੀ? ਇਹ ਸਾਧ ਸੰਗਤ ਇਹਦਾ ਜਵਾਬ ਹੈ ਵੀ ਨਾ ਤੋਲੀ ਜਾ ਸਕਦੀ ਹੈ, ਨਾ ਮਿਣੀ ਜਾ ਸਕਦੀ ਹੈ, ਨਾ ਗਿਣੀ ਜਾ ਸਕਦੀ, ਇੰਨੀ ਸ਼ਕਤੀ ਹੈ। ਸੋ ਮਹਾਰਾਜ ਗੁਰੂ ਗ੍ਰੰਥ ਸਾਹਿਬ ਨਿਰਗੁਣ ਤੇ ਸਰਗੁਣ ਸਰੂਪ ਦੇ ਮਾਲਕ, ਧੰਨ ਧੰਨ ਜੁਗੋ ਜੁਗ ਅਟਲ ਗਰੀਬ ਨਵਾਜ ਦੀ ਹਜ਼ੂਰੀ ਵਿੱਚ ਬੈਠੇ ਗੁਰੂ ਪਿਆਰ ਵਾਲੇ, ਘਰਾਂ ਵਿੱਚ ਬੈਠੇ ਸਾਹਿਬ ਦੀ ਬਾਣੀ ਸਰਵਣ ਕਰਕੇ ਲਾਹਾ ਖੱਟ ਰਹੇ ਗੁਰਮੁਖ ਪਿਆਰਿਓ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਾਣੀ ਦਾ ਜੋ ਸ਼ਬਦ ਅੱਜ ਵਿਚਾਰਨ ਵਾਸਤੇ ਆਪਾਂ ਨੂੰ ਪ੍ਰਾਪਤ ਹੋਇਆ ਹੈ, ਇਹਦੇ ਬਾਰੇ ਵੀ ਆਪਾਂ ਕੇਵਲ ਕਿਆਸ ਹੀ ਕਰ ਸਕਦੇ ਹਾਂ। ਮਨੁੱਖ ਦੀ ਬੁੱਧੀ ਦੇ ਵਿੱਚ ਘੱਟੋ ਘੱਟ ਉਂਝ ਤੇ ਸ਼ਬਦ ਕੋਈ ਵੀ ਹੈ, ਬੜੀ ਗਹਿਰਾਈ ਹੈ। ਪਰ ਜੋ ਮੈਂ ਸਮਝਦਾ ਇਹ ਜਿਹੜਾ ਅੱਜ ਸ਼ਬਦ ਹੈ, ਇਹ ਬ੍ਰਹਮ ਗਿਆਨ ਦਾ ਸ਼ਬਦ ਹੈ। ਜਿਹੜੀ ਉਹ ਉੱਚੀ ਅਵਸਥਾ ਪ੍ਰਾਪਤ ਹੁੰਦੀ ਹੈ ਬ੍ਰਹਮ ਗਿਆਨੀ ਨੂੰ, ਉਹ ਸਾਧ ਸੰਗਤ ਦੁਨਿਆਵੀ ਬੰਦਾ, ਜਿਹੜੀ ਅਕਲ ਹੈ ਦੁਨਿਆਵੀ ਬੁੱਧ ਉਹਦੇ ਨਾਲ ਨਹੀਂ ਇਹਨੂੰ ਸਮਝ ਸਕਦਾ। ਕੋਸ਼ਿਸ਼ ਕਰਾਂਗੇ ਸਾਹਿਬ ਜੀ ਦੇ ਇਤਿਹਾਸ ਵਿੱਚੋਂ ਤੇ ਸਾਹਿਬ ਦੀ ਬਾਣੀ ਵਿੱਚੋਂ ਵਿਚਾਰ ਸਕੀਏ ਇਸ ਪਵਿੱਤਰ ਸ਼ਬਦ ਨੂੰ। ਆਪ ਹੀ ਰਹਿਮਤਾਂ ਕਰਨ ਗੁਰੂ ਤੇਗ ਬਹਾਦਰ ਮਹਾਰਾਜ, ਸਾਨੂੰ ਆਪਣੇ ਸ਼ਬਦ ਨਾਲ ਜੋੜਨ, ਅੰਤਰਾਤਮੇ ਗਿਆਤ ਬਖਸ਼ਿਸ਼ ਕਰਨ। ਇਹ ਅਰਦਾਸ ਕਰਦਿਆਂ ਫਤਿਹ ਅਰਜ਼ ਕਰਦਾ। ਹਾਜ਼ਰੀਆਂ ਪ੍ਰਵਾਨ ਕਰਦੇ ਹੋਏ, ਅਸੀਸਾਂ ਬਖਸ਼ਦੇ ਹੋਏ, ਬੜੇ ਸਤਿਕਾਰ ਤੇ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨੌਵਾਂ। ਧੰਨ ਧੰਨ ਗੁਰ ਪਾਰ ਬ੍ਰਹਮ ਪਰਮੇਸ਼ਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜੋ ਧੁਰ ਕੇ ਬਚਨ ਬਖਸ਼ਿਸ਼ ਕਰ ਰਹੇ ਨੇ, ਅਕਾਲੀ ਬੋਲ ਬਖਸ਼ਿਸ਼ ਕਰ ਰਹੇ ਨੇ ਸੱਚੇ ਪਾਤਸ਼ਾਹ, ਉਹ ਸੋਠ ਰਾਗ ਦੇ ਵਿੱਚ ਮਹਾਰਾਜ ਨੇ ਫਰਮਾਏ ਨੇ। ਜੋ ਨਰ ਦੁਖ ਮਹਿ ਦੁਖ ਨਹੀਂ ਮਾਨੈ। ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਇਸ ਸ਼ਬਦ ਦੇ ਵਿੱਚ ਰਹਾਉ ਵਾਲਾ ਜੋ ਬੰਦ ਬਖਸ਼ਿਆ ਹੈ, ਇਹਦੇ ਵਿੱਚ ਮਹਾਰਾਜ ਨੇ ਆਖਿਆ ਜਿਹੜਾ ਬੰਦਾ, ਜਿਹੜਾ ਮਨੁੱਖ, ਰੱਬ ਦਾ ਜਿਹੜਾ ਬੰਦਾ ਐਸੀ ਅਵਸਥਾ ਦਾ ਮਾਲਕ ਬਣ ਗਿਆ ਬੰਦਗੀ ਕਰਕੇ ਕਿ ਦੁੱਖ ਦੇ ਵਿੱਚ ਦੁੱਖ ਕਰਕੇ ਦੁਖੀ ਨਹੀਂ ਹੁੰਦਾ। ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਸੁਖ ਸਨੇਹ ਅਰ ਪਹਿ ਨਹੀਂ ਜਾਕੈ, ਕੰਚਨ ਮਾਟੀ ਮਨ ਰਹਾਓ। ਤੇ ਜਿਹਨੂੰ ਸੁਖ ਦੇ ਨਾਲ ਸਨੇਹ, ਸੁਖ ਨਾਲ ਪਿਆਰ ਨਹੀਂ, ਵੀ ਸੁਖ ਹੀ ਬਣਿਆ ਰਵੇ ਮੇਰੀ ਜ਼ਿੰਦਗੀ ਵਿੱਚ, ਦੁੱਖ ਦੀ ਘੜੀ ਨਾ ਆਵੇ। ਦੁੱਖ ਤੇ ਸੁੱਖ ਤੋਂ ਜਿਹੜਾ ਨਿਰਲੇਪ ਹੈ, ਜਿਹੜਾ ਦੁੱਖ ਤੇ ਸੁੱਖ ਤੋਂ ਉੱਚਾ ਉੱਠ ਚੁੱਕਾ ਹੈ,
ਮਹਾਰਾਜ ਜੀ ਕਹਿੰਦੇ ਜਿਹਦੀ ਜ਼ਿੰਦਗੀ ਵਿੱਚ ਭੈ ਨਹੀਂ, ਭੈ ਤੋਂ ਜਿਹੜਾ ਰਹਿਤ ਹੋ ਗਿਆ ਹੈ, ਭੈ ਨਹੀਂ ਜਿਹਨੂੰ ਸਾਧ ਸੰਗਤ ਕਿਸੇ ਤਰ੍ਹਾਂ ਦਾ, ਹਰ ਇੱਕ ਤਰ੍ਹਾਂ ਦੇ ਭੈ ਤੋਂ ਜਿਹੜਾ ਰਹਿਤ ਹੋ ਗਿਆ ਹੈ, ਨਿਰਭਉ ਅਵਸਥਾ ਦਾ ਜਿਹੜਾ ਮਾਲਕ ਮਨ ਬਣ ਗਿਆ ਹੈ। ਤੇ ਕੰਚਨ ਮਾਟੀ ਮਨ ਹੈ, ਕੰਚਨ ਮਤਲਬ ਸੋਨਾ, ਸੋਨੇ ਨੂੰ ਮਿੱਟੀ ਦੇ ਬਰਾਬਰ ਸਮਝਦਾ ਹੈ। ਇਹ ਧਾਤ ਹੈ ਸੋਨਾ ਜਿਹੜੀ ਜਿਹਦੀ ਬਹੁਤ ਘਾਟ ਹੈ। ਬਹੁਤਾਤ ਹੁੰਦੀ ਤੇ ਸੋਨਾ ਵੀ ਸਾਧ ਸੰਗਤ ਲੋਹੇ ਵਾਂਗੀ ਹੋਣਾ ਸੀ, 10 ਰੁਪਏ ਕਿਲੋ ਹੈ ਤੇ ਧਾਤ ਹੀ। ਬੇਸ਼ੱਕ ਇਹ ਧਾਤ ਜਿਹੜੀ ਹੈ ਇਹਦੇ ਵਿੱਚ ਗੁਣ ਜ਼ਿਆਦਾ ਨੇ, ਬਹੁਤ ਜ਼ਿਆਦਾ। ਭਾਈ ਗੁਰਦਾਸ ਸਾਹਿਬ ਨੇ ਧਾਤਾਂ ਦੇ ਵਿੱਚੋਂ ਜਿਹੜੀ ਸ਼੍ਰੋਮਣੀ ਧਾਤ ਆਖੀ ਉਹ ਸੋਨਾ ਆਖੀ ਹੈ। ਬੜੀਆਂ ਧਾਤਾਂ ਨੇ, ਉਹ ਸਾਰੀਆਂ ਧਾਤਾਂ ਵਿੱਚੋਂ ਭਾਈ ਸਾਹਿਬ ਜੀ ਦੇ ਬਚਨ ਹਨ। ਭਾਈ ਗੁਰਦਾਸ ਸਾਹਿਬ ਬ੍ਰਹਮ ਗਿਆਨੀ ਆਪ ਜੀ ਫਰਮਾਉਂਦੇ ਹਨ ਕਿ ਧਾਤਨ ਮੈਂ ਕਨਕ ਅਤ ਉੱਤਮ ਕੈ ਮਾਨ ਹੈ। ਕਨਕ ਸੋਨੇ ਨੂੰ ਆਖੀਦਾ, ਜਿਹੜਾ ਇਹ ਕੰਚਨ ਹੈ ਉੱਤਮ ਧਾਤ ਹੈ। ਸੋ ਮਹਾਰਾਜ ਜੀ ਕਹਿੰਦੇ ਨੇ ਸੋਨਾ ਜਿਹਦੀ ਬਹੁਤ ਕੀਮਤ ਹੁੰਦੀ ਉਹਨੂੰ ਮਿੱਟੀ ਦੇ ਬਰਾਬਰ ਸਮਝਦਾ ਹੈ ਜਿਹੜਾ। ਰਹਾਓ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਜਿਹੜਾ ਨਾ ਤੇ ਕਿਸੇ ਦੀ ਨਿੰਦਾ ਕਰਦਾ ਹੈ। ਨਿੰਦਾ ਮਤਲਬ ਚੁਗਲੀ ਕਰਨੀ, ਬੁਰਾਈ ਕਰਨੀ। ਸਾਧ ਸੰਗਤ ਇਸ ਤਰ੍ਹਾਂ ਨਾਲ ਕਿਸੇ ਦੇ ਬਾਬਤ ਈਰਖਾ ਰੱਖ ਕੇ ਮਨ ਵਿੱਚ ਵਧਾ ਚੜਾ ਕੇ ਗੱਲਾਂ ਕਰਨੀਆਂ। ਨਿੰਦਾ ਦਾ ਵਿਰੋਧੀ ਸ਼ਬਦ ਹੈ ਉਸਤਤ ਕਰਨੀ। ਉਸਤਤ ਦਾ ਮਤਲਬ ਹੁੰਦਾ ਹੈ ਖੁਸ਼ਾਮਦੀ ਕਰਨੀ। ਸਾਧ ਸੰਗਤ ਜਿਹੜਾ ਨਾ ਤੇ ਕਿਸੇ ਦੀ ਖੁਸ਼ਾਮਦੀ ਕਰਦਾ ਹੈ ਝੂਠੀ, ਨਾ ਕਿਸੇ ਦੀ ਚੁਗਲੀ ਬੁਰਾਈ ਕਰਦਾ, ਨਿੰਦਾ ਕਰਦਾ ਹੈ। ਮਤਲਬ ਇਹ ਹੈ ਵੀ ਪਹਿਲੀ ਗੱਲ ਤੇ ਬੋਲਦਾ ਹੀ ਘੱਟ ਹੈ ਜਿਹੜਾ ਪ੍ਰਭੂ ਦਾ ਭਗਤ ਹੁੰਦਾ ਹੈ। ਝੂਠੀ ਖੁਸ਼ਾਮਦ ਨਹੀਂ ਕਰਨੀ ਆਉਂਦੀ ਉਹਨੂੰ, ਤੇ ਨਾ ਉਹ ਸਾਧ ਸੰਗਤ ਕਿਸੇ ਨਾਲ ਈਰਖਾ ਵਸ ਨਿੰਦਾ ਹੀ ਕਰਦਾ ਹੈ। ਤੇ ਲੋਭ ਮੋਹ ਅਭਿਮਾਨਾ, ਸਾਹਿਬ ਕਹਿੰਦੇ ਲੋਭ ਉਹਦੇ ਅੰਦਰ ਦੁਨਿਆਵੀ ਲਾਲਚ, ਮੋਹ ਦਾ ਮਤਲਬ ਮਮਤਾ ਜਿਹੜੀ ਹੈ ਸੰਸਾਰੀ, ਅਭਿਮਾਨਾਂ ਦਾ ਅਰਥ ਹੈ ਹੰਕਾਰ। ਮੋਹ ਜਿਹੜਾ ਹੈ ਉਹ ਤੋਂ ਰਹਿਤ ਹੈ, ਲੋਭ ਤੋਂ ਉੱਚਾ ਹੈ। ਹੰਕਾਰ ਮਾਣ ਨਹੀਂ ਕਿਸੇ ਪ੍ਰਕਾਰ ਦਾ ਉਹਨੂੰ। ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ। ਹਰਖ ਦਾ ਮਤਲਬ ਹੈ ਸਾਧ ਸੰਗਤ ਖੁਸ਼ੀ, ਸੋਗ ਦਾ ਮਤਲਬ ਹੈ ਗਮੀ। ਸੋਗ ਤੇ ਹਰਖ, ਖੁਸ਼ੀ ਤੇ ਗਮੀ, ਦੁੱਖ ਤੇ ਸੁੱਖ, ਇਹਦੇ ਤੋਂ ਜਿਹੜਾ ਨਿਆਰੋ ਹੈ, ਰਹਿਤ ਹੈ। ਨਿਆਰੋ ਦਾ ਮਤਲਬ ਨਿਆਰਾ ਹੈ, ਵੱਖਰਾ ਹੈ। ਨਾਹੇ ਮਾਨ ਅਪਮਾਨਾ, ਕੋਈ ਉਹਨੂੰ ਮਾਣ ਦੇ ਰਿਹਾ ਹੈ, ਕਹਿ ਰਿਹਾ ਤੁਸੀਂ ਬਹੁਤ ਚੰਗੇ ਹੋ, ਮਹਾਂਪੁਰਖੋ, ਸਤਿਕਾਰ ਕਰ ਰਿਹਾ ਹੈ। ਅਪਮਾਨ, ਕੋਈ ਉਹਨੂੰ ਗਾਲਾਂ ਕੱਢ ਰਿਹਾ, ਬੁਰਾ ਬੋਲ ਰਿਹਾ, ਉਹਨੂੰ ਕੋਈ ਮਤਲਬ ਨਹੀਂ ਹੈ। ਉਹ ਇਹ ਤੋਂ ਰਹਿਤ ਹੈ। ਇਹ ਨਹੀਂ ਕਿ ਮਾਣ ਮਿਲਿਆ ਤੇ ਖੁਸ਼ੀ ਵਿੱਚ ਉਹ ਸਾਧ ਸੰਗਤ ਫੁੱਲਾਂ ਨਾ ਸਮਾਵੇ, ਮੇਰੀ ਇੰਨੀ ਸਿੱਖੀ ਸੇਵਕੀ ਹੈ, ਇੱਦਾਂ ਨਹੀਂ ਹੁੰਦਾ ਉਹਦੀ ਜ਼ਿੰਦਗੀ ਅੰਦਰ। ਅਪਮਾਨ, ਜੇ ਕੋਈ ਉਹਦੇ ਬਾਬਤ ਮਾੜੇ ਅਲਫਾਜ਼ ਬੋਲਦਾ, ਉਹਦੇ ਬਾਰੇ ਕੋਈ ਬੁਰਾ ਬੋਲੀ ਜਾਂਦਾ, ਉਹਨੂੰ ਕੋਈ ਫਰਕ ਨਹੀਂ, ਠੀਕ ਹੈ ਕਰੀ ਜਾਂਦੇ, ਕਰਨ ਦਿਓ। ਇਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਇਸ ਅਵਸਥਾ, ਕਿਉਂਕਿ ਇਨਸਾਨ ਦੀ ਅਵਸਥਾ ਹੁੰਦੀ ਹੈ, ਮਨ ਦੀਆਂ ਅਵਸਥਾਵਾਂ ਨੇ ਸਾਧ ਸੰਗਤ। ਬਾਣੀ ਪੜ੍ਹਨ ਵਾਲਿਆਂ ਤੇ ਸਿਮਰਨ ਕਰਨ ਵਾਲਿਆਂ ਨੂੰ ਪਤਾ ਹੈ ਵੀ ਅਵਸਥਾ ਬਦਲਦੀ ਰਹਿੰਦੀ ਹੈ। ਖੁਦ ਇਨਸਾਨ ਆਪਣੀ ਜ਼ਿੰਦਗੀ ਤਜਰਬਾ ਕਰਕੇ ਦੇਖ ਸਕਦਾ ਹੈ ਵੀ ਪਹਿਲਾਂ ਜਿਵੇਂ ਗੁੱਸਾ ਕੀ ਕਹਿੰਦੇ ਬੜਾ ਆਉਂਦਾ ਸੀ, ਬਾਣੀ ਪੜ੍ਹਨ ਲੱਗੇ ਹਾਂ ਕ੍ਰੋਧ ਤੇ ਕੰਟਰੋਲ ਹੋ ਗਿਆ। ਇਸ ਤਰ੍ਹਾਂ ਅਵਸਥਾ ਹੈ। ਅਵਸਥਾ ਬਦਲਦਿਆਂ ਬਦਲਦਿਆਂ ਇਸ ਅਵਸਥਾ ਦਾ ਮਾਲਕ ਬਣ ਗਿਆ। ਇੰਨੀ ਉੱਚੀ ਅਵਸਥਾ ਬਣ ਗਈ ਹੈ, ਇੰਨਾ ਕਮਾਲ ਦਾ ਰੂਹਾਨੀ ਜੀਵਨ ਦਾ ਮੁਰਾਤਬਾ ਉਹਨੂੰ ਹਾਸਲ ਹੋ ਚੁੱਕਾ ਹੈ, ਜਿਹਦੇ ਬਾਰੇ ਸਾਹਿਬ ਬਚਨ ਕਹਿ ਰਹੇ ਨੇ। ਫਿਰ ਅੱਗੇ ਸਤਿਗੁਰੂ ਜੀ ਨੇ ਦੂਸਰਾ ਪਦਾ ਫਰਮਾਇਆ ਹੈ, ਆਸਾ ਮਨਸਾ ਸਗਲ ਤਿਆਗੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆਸਾਂ ਤੇ ਉਮੀਦਾਂ ਤਿਆਗ ਦਿੰਦਾ ਹੈ, ਕੋਈ ਆਸ ਨਹੀਂ ਰੱਖਦਾ। ਇੱਕ ਪਰਮਾਤਮਾ ਤੋਂ ਛੋਟੋ ਉਹਨਾਂ ਨੂੰ ਕੋਈ ਆਸ ਨਹੀਂ ਹੁੰਦੀ। ਉਮੀਦ ਜਿਹੜੀ ਹੈ ਉਹ ਵੀ ਛੱਡ ਦਿੰਦਾ ਹੈ। ਤੇ ਜਗ ਤੇ ਰਹੇ ਨਿਰਾਸਾ। ਜਗ ਤੇ ਰਹੇ ਨਿਰਾਸਾ ਦਾ ਮਤਲਬ ਹੈ ਜਿਹੜੀ ਮੋਹ ਮਾਇਆ ਉਹਦੇ ਤੋਂ ਨਿਰਾਸ਼ ਰਹਿੰਦਾ ਹੈ, ਲਗਾ ਨਹੀਂ ਕਰਦਾ, ਉਹਦਾ ਮਨ ਨਹੀਂ ਲੱਗਦਾ ਇਸ ਤਰ੍ਹਾਂ ਨਾਲ ਜਿਵੇਂ ਸਾਡਾ ਲੱਗਾ ਹੁੰਦਾ ਪਦਾਰਥਾਂ ਵਿੱਚ ਮਨ। ਇਹਨੂੰ ਨਿਰਾਸ਼ ਰਹਿਣਾ ਕਹਿੰਦੇ। ਜਾਣੀ ਨਿਰਾਸ਼ ਦਾ ਅਰਥ ਹੈ ਨਿਰਮੋਹ ਰਹਿਣਾ। ਸੱਚੇ ਪਾਤਸ਼ਾਹ ਕਹਿੰਦੇ ਕਾਮ ਕ੍ਰੋਧ ਜਿਹ ਪਰਸੈ ਨਾਹਿ ਨਾ। ਫਿਰ ਇਸੇ ਤਰ੍ਹਾਂ ਜਿਹੜੀ ਕਾਮ ਵਾਸ਼ਨਾ ਹੈ, ਕ੍ਰੋਧ ਜਿਹੜਾ ਉਹਨੂੰ ਛੋਹ ਨਹੀਂ ਸਕਦਾ, ਗੁੱਸਾ ਨਹੀਂ ਉਹਨੂੰ ਆਉਂਦਾ ਚਾਹੇ ਕੋਈ ਕਿੰਨਾ ਸਤਾਵੇ।
ਕਾਮ ਜਿਹੜਾ ਕਿਸੇ ਵੀ ਰੂਪ ਵਿੱਚ ਉਹਦੇ ਨੇੜੇ ਨਹੀਂ ਆ ਸਕਦਾ, ਚਾਹੇ ਕਿੰਨਾ ਵੀ ਵਲਣ ਤੇ ਛਲਣ ਦੀ ਉਹਨੂੰ ਕੋਸ਼ਿਸ਼ ਕਰੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਪਰਮੇਸ਼ਰ ਸਵਰੂਪ ਗਰੀਬ ਨਿਵਾਸ ਸ਼੍ਰੀਲੰਕਾ ਨੂੰ ਜਾ ਰਹੇ ਸਨ। ਸੰਗਲਾਦੀਪ ਜੀ ਦਾ ਨਾਂ ਇਤਿਹਾਸ ਵਿੱਚ ਪਹਿਲਾਂ ਆਇਆ ਹੈ। ਪਹਿਲਾਂ ਉਹਦਾ ਨਾਂ ਸੰਗਲਾਦੀਪ ਸੀ। ਰਾਜੇ ਨੂੰ ਮਿਲਣ ਵਾਸਤੇ ਜਾ ਰਹੇ ਨੇ। ਰਾਜਾ ਯਾਦ ਕਰਦਾ ਸੱਚੇ ਪਾਤਸ਼ਾਹ ਮਹਾਰਾਜ ਨੂੰ, ਸੰਗਲਾਦੀਪ ਦਾ ਰਾਜਾ। ਤੇ ਉਹਨੇ ਸਾਧ ਸੰਗਤ, ਕਿਉਂਕਿ ਸਾਧੂ ਪਖੰਡੀ ਆਉਣ ਲੱਗ ਪਏ, ਇਸ ਲਈ ਪ੍ਰੀਖਿਆ ਪਾ ਦਿੱਤੀ। ਸਾਰੇ ਇਸ ਜਾਲ ਵਿੱਚ ਫਸ ਜਾਂਦੇ ਸਨ। ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਆ ਕੇ ਲੜਕੀਆਂ ਨੇ ਜਿਹੜੀਆਂ ਉਹ ਸਾਧ ਸੰਗਤ ਸਨ, ਉਹਨਾਂ ਆ ਕੇ ਨਾਚ ਗਾਣਾ ਕੀਤਾ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਗਾਸ਼ੋ ਪੁੱਤਰੀ ਰਾਜ ਕੁਵਾਰ, ਪੁੱਤਰੀਓ ਜਾਓ, ਤੁਸੀਂ ਆਪਣੇ ਘਰਾਂ ਨੂੰ ਜਾਓ। ਜੀਵਨ ਇਸ ਵਾਸਤੇ ਨਹੀਂ ਮਿਲਿਆ ਨੱਚਣ ਗਾਉਣ ਵਾਸਤੇ, ਵਿਸ਼ੇ ਭੋਗਣ ਵਾਸਤੇ। ਪ੍ਰਮਾਤਮਾ ਦਾ ਨਾਮ ਜਪੋ। ਇਸ ਤਰ੍ਹਾਂ ਨਾਲ ਨਾ ਤੇ ਕ੍ਰੋਧ ਨਾ ਕਾਮ ਉਹਨਾਂ ਦੇ ਨੇੜੇ ਨਹੀਂ ਆ ਸਕਦਾ। ਇਹ ਕਾਮ ਵਾਸ਼ਨਾ ਉਹਨਾਂ ਨੂੰ ਛੋਹ ਨਹੀਂ ਸਕਦੀ, ਕ੍ਰੋਧ ਵੀ ਉਹਨਾਂ ਦੇ ਨੇੜੇ ਨਹੀਂ ਟੁੱਕ ਸਕਦਾ। ਸਾਹਿਬ ਕਹਿੰਦੇ ਤਹਿ ਘਟ ਬ੍ਰਹਮ ਨਿਵਾਸਾ, ਇਹ ਨਿਸ਼ਾਨੀ ਹੈ ਉਹਨਾਂ ਦੀ। ਇਹ ਸਤਿਗੁਰੂ ਨੇ ਇਹਨੇ ਬਚਨ ਆਖੇ, ਉਹਦਾ ਮਤਲਬ ਇਹ ਨਿਸ਼ਾਨੀ ਹੈ ਵੀ ਸਮਝ ਲਓ ਉਹਨਾਂ ਦੇ ਵਿੱਚ ਪਰਮਾਤਮਾ ਦਾ ਵਾਸ ਹੋ ਚੁੱਕਾ ਹੈ। ਉਹਨਾਂ ਮਹਾਂਪੁਰਖਾਂ ਵਿੱਚ ਤੇ ਉਹਨਾਂ ਗੁਰਮੁਖਾਂ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਇੰਨੀ ਵੱਡੀ ਉਹਨਾਂ ਨੂੰ ਸਿੱਧਤਾ ਮਿਲ ਚੁੱਕੀ ਹੈ। ਇਹ ਜਿਹੜੀ ਸਿੱਧਤਾ ਹੈ ਨਾ ਸਾਧ ਸੰਗਤ ਗੁਰਮੁਖ ਨੂੰ, ਸੰਤ ਨੂੰ, ਬ੍ਰਹਮ ਗਿਆਨੀ ਨੂੰ ਮਿਲਦੀ ਹੈ, ਇਹ ਗੁਰਾਂ ਦੀ ਕਿਰਪਾ ਨਾਲ ਮਿਲਦੀ ਹੈ। ਚਾਹੇ ਦੁਨਿਆਵੀ ਤੌਰ ਤੇ ਕਿੰਨੀ ਵੀ ਤਰੱਕੀ ਕਰ ਜਾਏ ਸਾਇੰਸ। ਹੁਣ ਵੇਖੋ ਜਿਹੜੀਆਂ ਗੱਲਾਂ ਅੱਜ ਦੱਸੀਆਂ ਜਾ ਰਹੀਆਂ ਨੇ, ਉਹਨਾਂ ਦੇ ਉੱਤੇ ਮਨੁੱਖੀ ਦਿਮਾਗ ਨੂੰ ਸੋਚਣਾ ਔਖਾ ਹੋ ਰਿਹਾ ਵੀ ਇਦਾਂ ਹੋ ਸਕੇਗਾ ਆਉਣ ਵਾਲੇ ਸਮੇਂ 'ਚ। ਪਰ ਜਦੋਂ ਅੱਜ ਤੋਂ 50 ਸਾਲ ਪਹਿਲਾਂ ਕੋਈ ਦੱਸਦਾ ਸੀ ਅੱਜ ਵਾਲੀਆਂ ਗੱਲਾਂ, ਉਦੋਂ ਸੋਚਣਾ ਔਖਾ ਸੀ, ਪਰ ਹੋ ਗਿਆ। ਤਰੱਕੀ ਹੈ। ਤਰੱਕੀ ਚਾਹੇ ਕਿੰਨੀ ਵੀ ਕਰ ਜਾਏ ਸਾਇੰਸ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਦੀ ਬਾਣੀ ਦਾ ਇੱਕ ਬਚਨ ਹੈ। ਸਤਿਗੁਰੂ ਕਹਿੰਦੇ ਨੇ ਇੰਨੀ ਜ਼ਿਆਦਾ ਤਰੱਕੀ, ਇੰਨੀ ਜ਼ਿਆਦਾ ਪ੍ਰਗਤੀ ਹੋ ਗਈ ਮਨੁੱਖ ਦੀ, ਔਰ ਹੋ ਸਕਦਾ ਇੱਥੋਂ ਤੱਕ ਪਹੁੰਚ ਜਾਏ ਤਰੱਕੀ ਕਰਦਿਆਂ ਕਰਦਿਆਂ, ਕਿਉਂਕਿ ਸਤਿਗੁਰੂ ਨੇ ਬਚਨ ਬਾਣੀ 'ਚ ਫਰਮਾਇਆ ਹੈ। ਸਤਿਗੁਰੂ ਜੀ ਕਹਿੰਦੇ ਨੇ ਪਰਮਾਣੂ ਪ੍ਰਯੰਤ ਆਕਾਸ਼ੈ ਦੀਪ ਲੋ ਸਿਖੰਡਣਾ ਹੈ। ਪਰਮਾਣੂ ਜਿਹੜਾ ਅਣੂ ਹੈ ਨਾ, ਬਹੁਤ ਛੋਟਾ, ਅਤ ਛੋਟਾ ਅਣੂ ਜਿਹੜਾ ਹੈ, ਉਹਦੇ ਵਰਗਾ ਬੰਦਾ ਹੋ ਜਾਏ। ਸਤਿਗੁਰੂ ਮਹਾਰਾਜ ਕਹਿੰਦੇ ਬਿਲਕੁਲ ਬਰੀਕ ਨਿੱਕਾ ਭਾਗ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਵਰਗਾ ਬਣ ਕੇ, ਪਰਮਾਣੂ ਵਰਗਾ ਬੰਦਾ ਪ੍ਰਯੰਤ ਆਕਾਸ਼ਾ ਹੈ, ਆਕਾਸ਼ ਵਿੱਚ ਉੱਡ ਜਾਏ, ਬਿਲਕੁਲ ਬਰੀਕ ਨਿੱਕਾ ਜਿਹਾ ਬਣ ਜਾਏ। ਪ੍ਰਯੰਤ ਆਕਾਸ਼ਾ ਹੈ ਦੀਪ ਲੋ ਸਿਖੰਡਣਾ, ਦੀਪ ਜਜ਼ੀਰਿਆਂ ਉੱਤੇ ਫਿਰ ਆਵੇ, ਪਹਾੜਾਂ ਦੇ ਉੱਤੇ ਜਾ ਆਵੇ, ਪਲਛਨ ਵਿੱਚ ਫਿਰ ਕੇ ਫਿਰ ਸੈਰਾਂ ਕਰਕੇ ਵਾਪਸ ਆ ਜਾਏ। ਪਰਮਾਣੂ ਪ੍ਰਯੰਤ ਆਕਾਸ਼ਾ ਹੈ ਦੀਪ ਲੋ ਸਿਖੰਡਣਾ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਸ ਤਰ੍ਹਾਂ ਨਾਲ ਹਾਲਤ ਬਣੇ ਇਹਦੀ, ਸਿਖੰਡਣਾ ਪਹਾੜ ਨੂੰ ਆਖੀਦਾ। ਮਹਾਰਾਜ ਜੀ ਕਹਿੰਦੇ ਗਸ਼ੇਣ ਨੈਣ ਭਰੇਣ ਨਾਨਕ ਬਿਨਾ ਸਾਧੂ ਨਾ ਸਿੱਧਿਆ। ਤੇ ਨੈਣ ਭਰੇਣ ਦਾ ਮਤਲਬ ਉਹਦਾ ਅੱਖ ਚਮਕਣ ਦਾ ਸਮਾਂ। ਕਿੰਨਾ ਕੁ ਸਮਾਂ ਲੱਗਦਾ? ਅੱਖ ਚਮਕਣ ਦੇ ਸਮੇਂ ਦੇ ਵਿੱਚ ਸਭ ਕੁਝ ਕਰ ਲਵੇ। ਇੰਨੀ ਤਰੱਕੀ ਜਿਹਦੇ ਬਾਰੇ ਆਪਾਂ ਸਾਧ ਸੰਗਤ ਆਪਾਂ ਨੂੰ ਸੋਚਣਾ ਵੀ ਔਖਾ। ਇੰਨੀ ਤਰੱਕੀ, ਇੰਨਾ ਅੱਗੇ ਲੰਘ ਗਿਆ, ਇੰਨੀ ਤਰੱਕੀ ਕਰ ਗਿਆ, ਇਹਦੇ ਨਾਲ ਰੱਬ ਮਿਲ ਜਾਏਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਇੰਨੀ ਤਰੱਕੀ ਹੋਣ ਦੇ ਬਾਵਜੂਦ ਵੀ ਰੱਬ ਦੀ ਗੱਲ ਤੇ ਛੱਡੋ, ਰੂਹਾਨੀ ਜੀਵਨ, ਇਹ ਜਿਹੜਾ ਸਪਿਰਿਚੁਅਲ ਲਾਈਫ ਹੈ ਨਾ, ਪਰਮਾਰਥੀ ਜੀਵਨ, ਇਹਦੇ ਬਾਰੇ ਸੋਚ ਵੀ ਨਹੀਂ ਸਕਦਾ। ਇਹ ਬਹੁਤ ਦੂਰ ਦੀ ਗੱਲ ਹੈ, ਇੰਨੀ ਤਰੱਕੀ ਹੋਣ ਦੇ ਬਾਵਜੂਦ ਵੀ। ਕਿਉਂਕਿ ਬੰਦਾ ਜਦੋਂ ਤਰੱਕੀ ਦੀ ਗੱਲ ਕਰਦਾ ਉਦੋਂ ਕਹਿੰਦਾ ਵੀ ਮੈਂ ਹੀ ਸਭ ਕੁਝ ਹਾਂ, ਮੈਂ ਹੀ ਸਭ ਕੁਝ ਹਾਂ, ਬੜੀ ਤਰੱਕੀ ਹੋ ਗਈ ਹੈ। ਠੀਕ ਹੈ, ਸੁੱਖ ਸਹੂਲਤਾਂ ਉਪਲਬਧ ਹੋ ਗਈਆਂ, ਪਰ ਗੁਰਾਂ ਤੋਂ ਬਿਨਾਂ ਰੂਹਾਨੀ ਜੀਵਨ ਨਹੀਂ ਮਿਲ ਸਕਦਾ। ਸਾਹਿਬ ਜੀ ਕਹਿੰਦੇ ਨੇ ਗਸ਼ੇਣ ਨੈਣ ਭਰੇਣ ਨਾਨਕ ਬਿਨਾਂ ਸਾਧੂ ਨਾ ਸਿੱਧਿਆ। ਤੇ ਸਾਧੂ ਤੋਂ ਬਿਨਾਂ, ਗੁਰੂ ਤੋਂ ਬਿਨਾਂ ਸਿੱਧਤਾ ਨਹੀਂ ਮਿਲ ਸਕਦੀ, ਰੂਹਾਨੀ ਜੀਵਨ ਦੀ ਪ੍ਰਾਪਤੀ ਨਹੀਂ ਹੋ ਸਕਦੀ, ਜੀਵਨ ਸਫਲ ਨਹੀਂ ਹੋ ਸਕਦਾ। ਜਿਹੜਾ ਸਾਧ ਸੰਗਤ ਦੇ ਬਚਨ ਹੈ, ਇਹਦੀ ਆਪਾਂ ਵਿਆਖਿਆ ਜੇ ਸਾਹਿਬ ਦੀ ਬਾਣੀ ਚੋਂ ਲੱਭੀਏ ਤੇ ਜਿਹੜੇ ਸੱਚੇ ਪਾਤਸ਼ਾਹ ਨੇ ਬਚਨ ਫਰਮਾਏ ਨੇ, 9ਵੀਂ ਅਸ਼ਟਪਦੀ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਨੇ ਉਹਦੀ ਵਿਆਖਿਆ ਕੀਤੀ ਹੈ। ਇੱਕ ਤੇ ਬ੍ਰਹਮ ਗਿਆਨੀ ਦਾ ਮਹਾਰਾਜ ਨੇ ਜ਼ਿਕਰ ਕੀਤਾ 8ਵੀਂ ਅਸ਼ਟਪਦੀ ਦੇ ਅੰਦਰ, ਸੁਖਮਣੀ ਸਾਹਿਬ ਦੀ ਬਾਣੀ।
ਉਹ ਬ੍ਰਹਮ ਗਿਆਨੀ ਦੇ ਬਾਬਤ ਆਪਾਂ ਬਚਨ ਇਸ ਤਰ੍ਹਾਂ ਪੜ੍ਹ ਸਕਦੇ ਹਾਂ ਬਾਣੀ ਵਿੱਚ ਕਿ ਇਸ ਤਰ੍ਹਾਂ ਦੀ ਅਵਸਥਾ ਦਾ ਮਾਲਕ ਹੁੰਦਾ ਹੈ। 9ਵੀਂ ਅਸ਼ਟਪਦੀ ਦੇ ਵਿੱਚ ਵੀ ਇੱਕ ਬਚਨ ਹੈ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪ੍ਰਭੂ ਦੀ ਰਜ਼ਾ ਨੂੰ ਮਿੱਠੀ ਕਰਕੇ ਮੰਨੇ, ਦੁੱਖ ਵਿੱਚ ਦੁਖੀ ਨਹੀਂ, ਸੁੱਖ ਦੇ ਵਿੱਚ ਸੁਖੀ ਨਹੀਂ। ਜਿਵੇਂ ਰੱਖਿਆ ਵਾਹਿਗੁਰੂ ਨੇ ਉਸ ਤਰ੍ਹਾਂ ਨਾਲ ਰਹਿ ਰਿਹਾ, ਏਡੀ ਅਵਸਥਾ ਉੱਚੀ ਹੋ ਗਈ ਹੈ। ਉਹਦਾ ਮਤਲਬ ਹੱਠ ਨਹੀਂ ਹੈ ਵੀ ਹੱਠ ਕਰ ਰਿਹਾ, ਨਹੀਂ, ਅਵਸਥਾ ਹੀ ਬੜੀ ਉੱਚੀ ਹੋ ਗਈ ਹੈ। ਦੁੱਖ ਤੇ ਸੁੱਖ ਤੋਂ, ਹਰਖ ਸੋਗ ਤੋਂ, ਮੋਹ ਮਮਤਾ ਤੋਂ ਉੱਚਾ ਹੋ ਚੁੱਕਾ ਹੈ। ਇਹਦਾ ਮਤਲਬ ਇਹ ਸਮਝਣਾ ਸਾਧ ਸੰਗਤ। ਬਾਬਾ ਆਨੰਦ ਸਿੰਘ ਜੀ ਬੜਾ ਘੱਟ ਪ੍ਰਸ਼ਾਦਾ ਛਕਿਆ ਕਰਦੇ ਸਨ, ਤੇ ਸਾਧ ਸੰਗਤ ਇੱਕ ਅੱਧਾ ਪ੍ਰਸ਼ਾਦਾ, ਬਸ ਇੱਕ ਜਾਂ ਅੱਧਾ ਪ੍ਰਸ਼ਾਦਾ ਜਾਂ ਇੱਕ ਗਲਾਸ ਦੁੱਧ ਦਾ ਪੀ ਲੈਣਾ 24 ਘੰਟਿਆਂ ਪਿੱਛੋਂ। ਇੱਕ ਦਿਨ ਉਹਨਾਂ ਦੇ ਜੀਵਨ 'ਚ ਲਿਖਿਆ, ਸੇਵਾਦਾਰ ਨੇ ਆਖਿਆ, ਸੇਵਾਦਾਰ ਸਿੰਘ ਨੇ, ਬਾਬਾ ਜੀ ਬਹੁਤ ਘੱਟ ਪ੍ਰਸ਼ਾਦਾ ਛਕਦੇ ਹੋ। ਕਦੀ ਮਹਾਂਪੁਰਸ਼ਾਂ ਦੇ ਬੋਲ ਨਿਕਲਦੇ ਨੇ ਮੂੰਹ ਦੇ ਵਿੱਚੋਂ, ਹੁੰਦੇ ਸੱਚੇ ਨੇ, ਪਰ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਨਹੀਂ ਹੁੰਦੇ ਉਹ। ਅੱਗੋਂ ਕਹਿੰਦੇ ਜੇ ਮਾਲਕ ਦੀ ਮੌਜ ਹੋਵੇ ਤਾਂ ਅਸੀਂ ਇਹ ਵੀ ਛੱਡ ਦਈਏ ਤੇ ਕੇਵਲ ਪਾਉਣਹਾਰੀ ਰਹਿ ਸਕਦੇ ਹਾਂ ਬਿਨਾਂ ਪ੍ਰਸ਼ਾਦੇ ਤੋਂ। ਪਰ ਮਹਾਰਾਜ ਨੇ ਬਾਣੀ ਦੇ ਵਿੱਚ ਬਚਨ ਆਖਿਆ ਵੀ ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਹੋ ਰੰਡ। ਜਾਣੀ ਗੁਰਮਤਿ ਵਿੱਚ ਪ੍ਰਸ਼ਾਦਾ ਛੱਡ ਦੇਣਾ ਜਿਹੜਾ ਹੈ ਸਾਧ ਸੰਗਤ ਤੋਂ ਠੀਕ ਨਹੀਂ। ਪ੍ਰਸ਼ਾਦਾ ਜਿਹੜਾ ਉਹਦੇ ਨਾਲ ਸਰੀਰ ਨੂੰ ਚਲਾਉਣਾ, ਪ੍ਰਸ਼ਾਦਾ ਆਹਾਰ ਛਕਣਾ। ਕਹਿੰਦੇ ਇਸ ਕਰਕੇ ਤੇ ਮਹਾਰਾਜ ਦਾ ਹੁਕਮ ਮੰਨਦਿਆਂ ਹੋਇਆਂ ਥੋੜਾ ਛਕ ਰਹੇ ਹਾਂ, ਵਰਨਾ ਸਾਨੂੰ ਤੇ ਇਹਦੀ ਵੀ ਨਹੀਂ ਲੋੜ। ਗੁਰਮੁਖ ਅੰਤਰ ਸਹਿਜ ਹੈ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਹੈ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਉਹਦਾ ਜਿਹੜਾ ਮਨ ਹੈ ਉਹ ਦਸਮ ਦਵਾਰ ਵਿੱਚ ਟਿਕਿਆ ਹੁੰਦਾ ਗੁਰਮੁਖ ਦਾ। ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾ ਉੱਥੇ ਉਹਨੂੰ ਨੀਂਦ ਸਤਾਉਂਦੀ ਹੈ, ਨਾ ਭੁੱਖ ਸਤਾਉਂਦੀ ਹੈ। ਇਹ ਤੇ ਸਾਡੇ ਲਈ ਕੇਵਲ ਬਾਣੀ ਹੈ, ਕਿਉਂਕਿ ਇਹਦੇ ਲਈ ਇਹ ਤਾਂ ਸਾਨੂੰ ਮੰਨਣਾ ਪੈਣਾ। ਪਰ ਸਾਡੇ ਲਈ ਇਹ ਜਿਹੜੀਆਂ ਗੱਲਾਂ ਨੇ ਨਾ, ਮੈਂ ਪਹਿਲਾਂ ਅਰਜ਼ ਕੀਤੀ ਵੀ ਇਹ ਸਾਧ ਸੰਗਤ ਦੁਨਿਆਵੀ ਬੁੱਧੀ ਦੇ ਮੁਤਾਬਕ ਸੋਚ ਕੇ ਗੱਲਾਂ ਪਕੜ ਵਿੱਚ ਆਉਣ ਵਾਲੀਆਂ ਨਹੀਂ ਹਨ। ਬਹੁਤ ਉੱਚੇ ਰੂਹਾਨੀ ਜੀਵਨ ਦੇ ਬਚਨ ਆਖੇ ਨੇ ਅੱਜ ਮਹਾਰਾਜ ਨੇ, ਜਿਨ੍ਹਾਂ ਨੂੰ ਇਹ ਪ੍ਰਾਪਤ ਹੋ ਜਾਂਦਾ ਹੈ। ਉਹਨੂੰ ਸਾਧੂ ਆਖੀਦਾ, ਉਹਨੂੰ ਆਖੀਦਾ ਇਹਨੇ ਆਪਣਾ ਜੀਵਨ ਜਿਹੜਾ ਹੈ ਸਿੱਧ ਕਰ ਲਿਆ ਹੈ, ਸਾਧ ਲਿਆ ਆਪਣੇ ਆਪ ਨੂੰ, ਬੰਦਗੀ ਦੇ ਵਿੱਚ ਪੈ ਕੇ ਇੰਨੀ ਉੱਚੀ ਅਵਸਥਾ ਦਾ ਮਾਲਕ ਬਣ ਗਿਆ। ਸਾਹਿਬ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਨਾਲ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ਼। ਉਹਨਾਂ ਨੂੰ ਦੁੱਖ ਦੁਖੀ ਨਹੀਂ ਕਰ ਸਕਦਾ। ਅੰਤਰਾਤਮੇ ਪ੍ਰਮਾਤਮਾ ਦੇ ਨਾਮ ਦਾ ਪ੍ਰਕਾਸ਼ ਉਹਨਾਂ ਦੇ ਹੋ ਚੁੱਕਾ ਹੁੰਦਾ ਹੈ। ਭਾਈ ਸਾਹਿਬ ਭਾਈ ਮਤੀ ਦਾਸ ਜੀ, ਭਾਈ ਸਾਹਿਬ ਭਾਈ ਸਤੀ ਦਾਸ ਜੀ, ਭਾਈ ਸਾਹਿਬ ਭਾਈ ਦਿਆਲਾ ਜੀ ਮਹਾਰਾਜ, ਇਹ ਕਿ ਨਿੱਕੀਆਂ ਰੂਹਾਂ ਸਨ। ਕਿਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਰਹਿ ਕੇ ਸ਼ਹੀਦੀਆਂ ਪਾਈਆਂ ਨੇ। ਉਹਨਾਂ ਗੁਰਮੁਖਾਂ ਦੇ ਜੀਵਨ, ਰੂਹਾਨੀ ਜੀਵਨ ਦੇ ਬਾਰੇ ਅਸੀਂ ਕਿਆਸ ਵੀ ਨਹੀਂ ਲਾ ਸਕਦੇ। ਸਾਧ ਸੰਗਤ ਜਦੋਂ ਭਾਈ ਸਾਹਿਬ ਜੀ ਹੋਰਾਂ ਨੂੰ ਜਦੋਂ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ ਨੇ, ਤੇ ਮੈਂ ਸੋਚਦਾ ਜਿਵੇਂ ਦੇ ਉਹਨਾਂ ਦੇ ਨਾਂ ਨੇ ਤਕਰੀਬਨ ਉਸੇ ਮੁਤਾਬਕ ਉਹਨਾਂ ਨੂੰ ਯਾਤਨਾ ਦਿੱਤੀ ਹੈ। ਜਿਵੇਂ ਭਾਈ ਸਤੀ ਦਾਸ, ਭਾਈ ਮਤੀ ਦਾਸ ਜੀ ਨੂੰ ਸਰੀਰ ਨੂੰ ਆਰੇ ਨਾਲ ਚੀਰ ਕੇ 2 ਟੁਕੜੇ ਕਰ ਦਿੱਤਾ ਹੈ। ਭਾਈ ਦਿਆਲਾ ਜੀ, ਉਹਨਾਂ ਨੂੰ ਦੇਗ 'ਚ ਉਬਾਲਿਆ ਆਲੂ ਵਾਂਗੂ। ਭਾਈ ਸਾਹਿਬ ਭਾਈ ਸਤੀ ਦਾਸ ਜੀ, ਸਤੀ ਪ੍ਰਥਾ ਸੀ। ਸਤੀ ਪ੍ਰਥਾ ਦਾ ਮਤਲਬ ਜਿਉਂਦੇ ਜੀ ਔਰਤ ਨੂੰ ਉਹਦੇ ਪਤੀ ਦੇ ਮਰ ਜਾਣ ਤੋਂ ਬਾਅਦ ਅੱਗ ਦੇ ਵਿੱਚ ਸੜਨਾ ਪੈਣਾ, ਜਿਉਂਦੇ ਜੀ। ਇਸੇ ਤਰ੍ਹਾਂ ਭਾਈ ਸਾਹਿਬ ਨੂੰ ਰੂੰ ਲਪੇਟ ਕੇ ਸਰੀਰ ਦੇ ਆਲੇ ਦੁਆਲੇ ਅੱਗ ਲਾ ਦਿੱਤੀ। ਇਤਿਹਾਸ ਵਿੱਚ ਜਿਹੜੇ ਬਚਨ ਨੇ ਉਹ ਕੇਵਲ ਥੋੜੇ ਸ਼ਬਦਾਂ 'ਚ ਮੈਂ ਅਰਜ਼ਾ ਆਪ ਨਾਲ ਕਰਦਾ। ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਜਦੋਂ ਸਰੀਰ ਆਪ ਜੀ ਦਾ ਚੀਰਿਆ, ਆਰੇ ਦੇ ਨਾਲ ਆਰਾ ਉੱਤੇ ਰੱਖਿਆ ਸਿਰ ਦੇ, ਤੇ ਆਰਾ ਜਿਹੜਾ ਜਦੋਂ ਚੱਲਿਆ ਉਦੋਂ ਸਾਧ ਸੰਗਤ ਆਪ ਜੀ ਦੀ ਸੁਰਤ ਜਿਹੜੀ ਹੈ ਸ਼ਬਦ ਨਾਲ ਜੁੜੀ ਹੋਈ ਹੈ। ਜਪਜੀ ਸਾਹਿਬ ਦਾ ਪਾਠ ਆਪਨੇ ਆਰੰਭ ਕਰ ਦਿੱਤਾ ਹੈ ਔਰ ਆਰਾ ਚੱਲਦਾ ਰਿਹਾ ਹੈ। ਆਰਾ ਚੱਲੀ ਗਿਆ, ਸਰੀਰ ਚਿਰ ਗਿਆ, 2 ਟੁਕੜੇ ਹੋ ਗਿਆ, 2 ਟੁਕੜੇ ਹੋ ਕੇ ਜ਼ਮੀਨ ਤੇ ਡਿੱਗ ਗਿਆ। ਦੋਵਾਂ ਟੁਕੜਿਆਂ ਦੇ ਵਿੱਚੋਂ ਆਵਾਜ਼ ਆ ਰਹੀ ਹੈ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ, ਜਦੋਂ ਤੱਕ ਸਮਾਪਤੀ ਨਹੀਂ ਹੋਈ। ਭੋਗ ਨਹੀਂ ਪਿਆ ਜਿਨੀ ਨਾਮ ਧਿਆਇਆ,
ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹਦੇ ਬਾਰੇ ਬਚਨ ਲਿਖੇ ਹੋਏ ਇਤਿਹਾਸ ਵਿੱਚ, ਅਰਧੋ ਅਰਧ ਚਰਾਏ ਸੁਡਾਰਾ, ਸਰੀਰ ਨੂੰ ਦੋ ਟੁਕੜਿਆਂ ਵਿੱਚ ਵੰਡ ਦਿੱਤਾ, ਅਰਧੋ ਅਰਧ ਚੀਰ ਦਿੱਤਾ ਆਪ ਜੀ ਦੇ ਪਵਿੱਤਰ ਸਰੀਰ ਨੂੰ। ਅਰਧੋ ਅਰਧ ਚਰਾਏ ਸੁਡਾਰਾ, ਪ੍ਰਿਥਵੀ ਪਰ ਪਰਿਓ ਹਵੇ ਦੋ ਫਾਰਾ, ਦੋ ਟੁਕੜੇ ਹੋ ਕੇ ਸਰੀਰ ਪ੍ਰਿਥਵੀ ਤੇ ਡਿੱਗ ਪਿਆ। ਪ੍ਰਿਥਵੀ ਪਰ ਪਰਿਓ ਹਵੇ ਦੋ ਫਾਰਾ, ਦੋਨੋਂ ਤਨ ਤੇ ਜਪਜੀ ਪੜੈ, ਹੇਰਤ ਸਭ ਕੋ ਅਚਰਜ ਬੜੈ। ਦੋਵਾਂ ਸਰੀਰਾਂ ਦੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ, ਵੇਖਣ ਵਾਲੇ ਹੈਰਾਨ ਹੋ ਗਏ, ਮੂੰਹ 'ਚ ਉਂਗਲਾਂ ਪਾ ਲਈਆਂ, ਇਹ ਕੈਸੀ ਗੱਲ ਹੈ। ਇਸੇ ਤਰ੍ਹਾਂ ਨਾਲ ਭਾਈ ਦਿਆਲਾ ਜੀ ਨੂੰ ਦੇਗ 'ਚ ਉਬਾਲਿਆ ਗਿਆ, ਭਾਈ ਮਤੀ ਦਾਸ ਜੀ ਨੂੰ ਸਾਧ ਸੰਗਤ ਅੱਗ ਦੇ ਵਿੱਚ ਜਿਉਂਦੇ ਜੀ ਸਾੜਿਆ ਗਿਆ। ਲਿਖਿਆ ਬਚਨ ਭਾਈ ਮਤੀ ਦਾਸ ਜੀ ਦੇ ਬਾਰੇ, ਭਾਈ ਦਿਆਲਾ ਜੀ ਦੇ ਬਾਰੇ ਜਦੋਂ ਦੇਗ 'ਚ ਬਿਠਾਇਆ ਹੈ ਤੇ ਉੱਥੇ ਸਾਧ ਸੰਗਤ ਬਚਨ ਨੇ ਕਿ ਜਿਹੜੀ ਅਗਣ ਦੇਗ ਕੇ ਨੀਚੇ ਜਗਣ ਕਰਾ ਦਈ। ਦੇਗ ਜਿਹੜਾ ਬਹੁਤ ਵੱਡਾ ਦੇਗ ਹੈ, ਉਹਦੇ ਵਿੱਚ ਆਪ ਨੂੰ ਬਿਠਾਇਆ, ਉਹਦੇ ਥੱਲੇ ਚੁੱਲ੍ਹੇ ਦੇ ਉੱਤੇ ਰੱਖਿਆ ਦੇਗ ਨੂੰ, ਬੜਾ ਵੱਡਾ ਚੁੱਲ੍ਹਾ ਬਣਾਇਆ, ਥੱਲੇ ਅਗਣ ਜਗਣ ਕਰਾ ਦਈ। ਦੇਗ ਅਗਣ ਦੇਗ ਕੇ ਨੀਚੇ ਜਗਣ ਕਰਾ ਦਈ, ਉਹਦਾ ਮਤਲਬ ਹੈ ਅੱਗ ਬਾਲ ਦਿੱਤੀ ਦੇਗ ਦੇ ਥੱਲੇ। ਸਿੱਖ ਨੇ ਨੱਕ ਨਾ ਵੱਟਿਓ ਹਾਏ ਨਾ ਸੀ ਭਈ, ਉਹਨਾਂ ਨੱਕ ਤੱਕ ਨਹੀਂ ਵੱਟਿਆ, ਨਾ ਕਦੇ ਮੂੰਹ ਚੋਂ ਉਹਨਾਂ ਦੇ ਸ਼ਹੀਦੀ ਜਾਮ ਪੀ ਲੈਣ ਤੱਕ ਹਾਏ ਵੀ ਨਹੀਂ ਨਿਕਲਿਆ, ਸੀ ਨਹੀਂ ਨਿਕਲਿਆ ਵੀ ਹਾਏ ਦੁੱਖ ਲੱਗਿਆ, ਸੀ ਤੱਕ ਵੀ ਨਹੀਂ ਕੀਤਾ, ਨੱਕ ਵੀ ਨਹੀਂ ਵੱਟਿਆ। ਕੋਈ ਮੂੰਹ ਦੇ ਉੱਤੇ ਸ਼ਿਕਵਾ ਹੀ ਨਹੀਂ, ਕੋਈ ਚਿਹਰੇ ਦੇ ਉੱਤੇ ਗਿਲਾ ਹੀ ਨਹੀਂ, ਕੋਈ ਇਸ ਤਰ੍ਹਾਂ ਦਾ ਪ੍ਰਭਾਵ ਨਜ਼ਰ ਹੀ ਨਹੀਂ ਪਿਆ ਕਿਸੇ ਨੂੰ। ਇਹ ਹਠਯੋਗ ਨਹੀਂ ਹੈ, ਇਹ ਅਵਸਥਾ ਹੈ ਇਸ ਤਰ੍ਹਾਂ ਦੀ ਜਿਹੜੀ ਪ੍ਰਾਪਤ ਹੋ ਚੁੱਕੀ ਉਹਨਾਂ ਗੁਰਮੁਖਾਂ ਨੂੰ। ਸੋ ਮਹਾਰਾਜ ਦੀ ਪਾਵਨ ਬਾਣੀ ਦਾ ਬਚਨ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਭ ਕੀ ਆਗਿਆ ਆਤਮ ਹਿਤ ਆਵੈ, ਜੀਵਨ ਮੁਕਤ ਸੋ ਕਹਾਵੈ। ਫਿਰ ਅੱਗੇ ਬਚਨ ਆਉਂਦਾ ਹੈ ਸੁਖਮਨੀ ਸਾਹਿਬ ਦੀ ਬਾਣੀ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਵਿਯੋਗ ਦਾ ਮਤਲਬ ਛੋੜਾ, ਉਹਨਾਂ ਦੀ ਆਤਮਾ ਪਰਮਾਤਮਾ ਤੋਂ ਅਲੱਗ ਨਹੀਂ ਹੁੰਦੀ, ਉਹਨਾਂ ਨੂੰ ਸਦਾ ਹਰਖ ਹੁੰਦਾ ਹੈ, ਸਦਾ ਆਨੰਦ ਹੁੰਦਾ ਹੈ। ਹਰਖ ਤੇ ਸੋਗ ਅਲੱਗ ਚੀਜ਼ ਹੈ। ਹਰਖ ਦਾ ਮਤਲਬ ਹੈ ਖੁਸ਼ੀ, ਸੋਗ ਦਾ ਮਤਲਬ ਹੈ ਗਮੀ, ਤੇ ਵਿਰੋਧੀ ਸ਼ਬਦ ਹੈ, ਪਰ ਜਿਹੜਾ ਆਨੰਦ ਹੈ ਉਹਦਾ ਵਿਰੋਧੀ ਸ਼ਬਦ ਨਹੀਂ ਹੈ। ਆਨੰਦ ਦਾ ਮਤਲਬ ਹੁੰਦਾ ਸਦੀਵ ਕਾਲ ਖੁਸ਼ੀ, ਸਦਾ ਹੀ ਖੁਸ਼ੀ। ਇਸ ਕਰਕੇ ਦੁਨੀਆ ਦੇ ਕਿਸੇ ਵੀ ਸਾਧ ਸੰਗਤ ਜਿਹੜਾ ਅਰਥ ਕੋਸ਼ ਹੈ ਉਹਦੇ ਵਿੱਚ ਆਨੰਦ ਦਾ ਅਰਥ ਲਿਖਿਆ ਹੀ ਨਹੀਂ। ਆਨੰਦ ਨਹੀਂ, ਕਿਉਂਕਿ ਦੁਨਿਆਵੀ ਪਦਾਰਥ ਚੋਂ ਮਿਲਦਾ। ਮਹਾਰਾਜ ਨੇ ਬਾਣੀ 'ਚ ਵੀ ਆਖਿਆ, ਆਨੰਦ ਕਹਿਣ ਨੂੰ ਸਾਰੇ ਕਹਿੰਦੇ ਆਨੰਦ ਹੈ, ਪਰ ਖੁਸ਼ੀ ਹੈ, ਆਨੰਦ ਨਹੀਂ ਹੈ। ਆਨੰਦ ਤੇ ਹਮੇਸ਼ਾ ਖੁਸ਼ੀ ਹੈ, ਜਿਹੜੀ ਕਦੇ ਗਮੀ 'ਚ ਨਹੀਂ ਬਦਲਦੀ। ਆਨੰਦ ਦਾ ਮਤਲਬ ਹੀ ਇਹ ਹੈ। ਔਰ ਇਹ ਜਿਹੜਾ ਆਨੰਦ ਹੈ ਕੇਵਲ ਗੁਰਾਂ ਤੋਂ ਹੀ ਮਿਲਦਾ ਹੈ। ਨਾਮ ਜਪ ਕੇ ਆਨੰਦ, ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ। ਜਦੋਂ ਕੋਈ ਬੰਦਗੀ ਕਰਦਾ ਉਹਦੇ ਮਹਾਰਾਜ ਕਹਿੰਦੇ, ਬਾਣੀ 'ਚ ਦੱਸ ਰਿਹਾ ਮਹਾਰਾਜ, ਉਹਦੇ ਕਿਲ ਵਿਖ ਕੱਟੇ ਜਾਂਦੇ, ਪਾਪ ਦੂਰ ਹੋ ਜਾਂਦੇ। ਜਿਹੜਾ ਨਾਮ ਹੈ ਉਹ ਪਾਪਾਂ ਦੀ ਮੈਲ ਨੂੰ ਧੋ ਦਿੰਦਾ ਹੈ। ਪਰ ਗਏ ਮਤ ਪਾਪਾਂ ਕੇ ਸੰਗੋ ਧੋਪੈ ਨਾਵੇਂ ਕੇ ਰੰਗ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ। ਜਿਨ੍ਹਾਂ ਦਾ ਮੋਹ ਟੁੱਟ ਗਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਇੰਨਾ ਉੱਚਾ ਕਿਵੇਂ ਬਣ ਗਿਆ ਜੀਵਨ, ਸਬਰ ਕਿਵੇਂ ਗਿਆ। ਮਹਾਰਾਜ ਕਹਿੰਦੇ ਸ਼ਬਦ ਨਹੀਂ ਸਵਾਰਿਆ, ਸ਼ਬਦ ਦੀ ਇਹ ਕਲਾ ਹੈ, ਇਹ ਗੁਰਾਂ ਦੇ ਸ਼ਬਦ ਦੀ ਤਾਕਤ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਅੱਗੇ ਬਚਨ ਆਉਂਦਾ, ਤੈਸਾ ਸਵਰਨ ਤੈਸੀ ਉਸ ਮਾਟੀ। ਇਹ ਸਵਰਨ ਦਾ ਮਤਲਬ ਸੋਨਾ ਹੈ, ਸਾਧ ਸੰਗਤ ਕੰਚਨ। ਗਰੀਬ ਨਵਾਜ ਜੀ ਕਹਿੰਦੇ ਹਨ, ਇਹ ਜਿਹੜਾ ਕਨਕ ਹੈ, ਕਨਕ ਵੀ ਆਇਆ ਬਾਣੀ ਵਿੱਚ, ਸੋਨਾ ਸਵਰਨ ਸੋਨਾ। ਮਹਾਰਾਜ ਜੀ ਕਹਿੰਦੇ ਨੇ ਸੋਨਾ ਤੇ ਮਿੱਟੀ ਬਰਾਬਰ ਹੈ। ਉਹ ਸੋਨਾ ਵੇਖ ਕੇ ਲੋਭ 'ਚ ਨਹੀਂ ਫਸਦਾ, ਮਿੱਟੀ ਦੇ ਬਰਾਬਰ ਸਮਝਦਾ। ਕਹਿੰਦੇ ਨੇ ਲਾਹੌਰ ਦੇ ਵਿੱਚ ਨਾ ਇੱਕ ਸਾਧ ਸੰਗਤ ਸੰਤਰਿਆ ਕਰਦੇ ਸਨ, ਤੁਕਾ ਰਾਮ ਜੀ, ਬੜੀ ਬੰਦਗੀ ਵਾਲੇ ਸਨ। ਉਹਨਾਂ ਦੀ ਜਿਹੜੀ ਅਰਧਾਂਗਣੀ ਸੀ ਘਰ ਵਾਲੀ, ਉਹ ਵੀ ਬੰਦਗੀ ਕਰਦੇ ਸਨ। ਅੰਮ੍ਰਿਤ ਵੇਲੇ ਉਹਨਾਂ ਨੇ ਉੱਠਣਾ, ਦੋਵਾਂ ਜੀਆਂ ਨੇ ਇਸ਼ਨਾਨ ਕਰਨ ਜਾਣਾ ਕਿਸੇ ਨਦੀ ਦੇ ਉੱਪਰ। ਫਿਰ ਉਸ ਤੋਂ ਬਾਅਦ ਬੈਠ ਕੇ ਧਿਆਨ ਸਮਰਪਿਤ ਹੋ ਜਾਂਦੇ ਸਨ। ਇਸ ਤਰ੍ਹਾਂ ਨਾਲ ਵਾਹਿਗੁਰੂ ਦੀ ਯਾਦ ਵਿੱਚ ਜੁੜਦੇ ਸਨ।
ਇਸ ਤਰ੍ਹਾਂ ਲਿਖਿਆ ਮਿਲਦਾ ਹੈ ਕਿ ਇੱਕ ਦਿਨ ਉਹ ਇਸ਼ਨਾਨ ਕਰਕੇ ਆ ਰਹੇ ਸਨ ਤੇ ਜਿਹੜੀ ਪਗਡੰਡੀ ਦੇ ਉੱਤੋਂ ਲੰਘ ਰਹੇ ਸਨ, ਸੰਤ ਤੁਕਾਰਾਮ ਜੀ ਅੱਗੇ ਅੱਗੇ ਆ ਰਹੇ ਨੇ, ਉਹਨਾਂ ਦੀ ਘਰਵਾਲੀ ਪਿੱਛੇ ਆ ਰਹੀ ਹੈ। ਉਸ ਪਗਡੰਡੀ ਦੇ ਉੱਪਰ ਕੋਈ ਚੀਜ਼ ਚਮਕ ਰਹੀ ਹੈ, ਕੋਈ ਚਮਕੀਲੀ ਚੀਜ਼ ਹੈ। ਤੇ ਸਾਧ ਸੰਗਤ ਉਹਨੂੰ ਵੇਖਿਆ ਬੜੇ ਧਿਆਨ ਦੇ ਨਾਲ, ਘਰਵਾਲੀ ਥੋੜੀ ਵਿੱਥ ਦੇ ਉੱਤੇ ਪਿੱਛੇ ਆ ਰਹੀ ਹੈ, ਵੇਖਿਆ ਤੇ ਸੋਹਣਾ ਹੈ, ਉਹਦੇ ਉੱਤੇ ਮਿੱਟੀ ਪਾਉਣ ਲੱਗ ਪਏ। ਔਰਤ ਜਾਤ ਹੈ, ਸੋਨੇ ਉੱਤੇ ਬੜੀ ਛੇਤੀ ਲੁਭਾਏਮਾਨ ਹੋ ਜਾਂਦੀ ਹੈ, ਕਿਤੇ ਘਰਵਾਲੀ ਮੇਰੀ ਵੇਖ ਕੇ ਇਹਨੂੰ ਚੁੱਕ ਨਾ ਲਵੇ, ਲੁਭਾਏਮਾਨ ਨਾ ਹੋ ਜਾਏ, ਇਹਦੇ ਉੱਤੇ ਮੋਹਤ ਨਾ ਹੋ ਜਾਏ, ਮਿੱਟੀ ਲੱਗ ਪਏ ਪਾਉਣ। ਕਮਾਲ ਗੱਲ ਇਹ ਹੈ, ਕਹਿੰਦੇ ਉਹਨਾਂ ਦੀ ਘਰਵਾਲੀ ਜਿਹੜੀ ਸੀ ਉਹ ਬੀਬਾ ਉਨੀ ਦੇਰ ਨੂੰ ਪਿੱਛੋਂ ਆ ਗਈ। ਕਹਿੰਦੀ ਸੰਤ ਜੀ ਕੀ ਕਰ ਰਹੇ ਹੋ? ਤੇ ਉਹਨਾਂ ਨੇ ਸੱਚ ਦੱਸ ਦਿੱਤਾ। ਸੰਤ ਤੁਕਾਰਾਮ ਕਹਿੰਦੇ ਹਨ ਆਪਣੀ ਘਰਵਾਲੀ ਨੂੰ ਇੱਥੇ ਸੋਨਾ ਇਹਦੇ ਉੱਤੇ ਮਿੱਟੀ ਪਾਉਣ ਲੱਗ ਪਿਆ ਸੀ। ਤੇ ਉਹਨਾਂ ਦੀ ਘਰਵਾਲੀ ਐਡੀ ਉੱਚੀ ਅਵਸਥਾ ਦੀ ਮਾਲਕ, ਕਹਿੰਦੇ ਉਹਨੇ ਆਖਿਆ ਸੰਤ ਜੀ ਮਿੱਟੀ ਉੱਤੇ ਮਿੱਟੀ ਪਾਉਣ ਦੀ ਕੀ ਲੋੜ, ਇਹ ਤੇ ਸਾਡੇ ਲਈ ਹੈ ਨਾ, ਵੀ ਧਾਤ ਬੜੀ ਕੀਮਤੀ ਹੈ ਸਾਧ ਸੰਗਤ, ਪਰ ਉਹਨਾਂ ਦੀ ਅਵਸਥਾ ਇਸ ਤਰ੍ਹਾਂ ਦੀ ਹੈ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਤੈਸਾ ਸਵਰਨ ਤੈਸੀ ਉਸ ਮਾਟੀ, ਇਸ ਤਰ੍ਹਾਂ ਉਹਨਾਂ ਲਈ ਬਰਾਬਰ ਹੈ ਸਾਰਾ ਕੁਛ। ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਆ ਸੰਤ ਬਾਬਾ ਖੁਦਾ ਸਿੰਘ ਜੀ ਹੋਏ, ਉਹਨਾਂ ਦੇ ਬਾਰੇ ਜ਼ਿਕਰ ਆਉਂਦਾ ਹੈ ਕਿ ਕਿਸੇ ਨੇ ਪ੍ਰੀਖਿਆ ਲਈ, ਕਿਸੇ ਨੇ ਕਹਿ ਦਿੱਤਾ ਤੁਸੀਂ ਕਹਿੰਦੇ ਹੋ ਵਿਆਖਿਆ ਕਰ ਰਹੇ ਹੋ ਬੈਠ ਕੇ ਕਿ ਜਿਹੜਾ ਅੰਮ੍ਰਿਤ ਹੈ ਬਿਖ ਹੈ ਬਰਾਬਰ ਹੁੰਦਾ ਹੈ। ਸੰਖੀਆ ਘੋਲ ਕੇ ਲੈ ਆਇਆ ਬੰਦਾ, ਉਹਨਾਂ ਦੇ ਜੀਵਨ 'ਚ ਲਿਖਿਆ ਹੋਇਆ ਸੰਖੀਆ ਜ਼ਹਿਰ ਹੁੰਦਾ ਹੈ। ਜਿਹੜਾ ਸੰਖੀਆ ਹੈ ਉਹਨੂੰ ਵੈਦ ਜਾਂ ਹਿਕਮਤ ਵਾਲੇ ਲੋਕ ਜਿਹੜੇ ਨੇ ਹਿਕਮਤਗੀਰ ਉਹਨੂੰ ਮਾਰਦੇ ਨੇ, ਫਿਰ ਉਹ ਸਰੀਰ ਦੇ ਲਈ ਮੁਫੀਦ ਬਣਦਾ ਹੈ। ਇਹ ਕੁਦਰਤੀ ਗੱਲ ਹੈ, ਉਹਦੀ ਫਿਰ ਜਿਹੜੀ ਸਾਧ ਸੰਗਤ ਤਾਸੀਰ ਬਦਲ ਜਾਂਦੀ ਹੈ। ਇਸ ਤਰ੍ਹਾਂ ਹੁੰਦਾ ਹੈ। ਆਮ ਜਿਹੜੇ ਪਦਾਰਥ ਵੀ ਅਸੀਂ ਦੁਨੀਆ 'ਚ ਖਾਂਦੇ ਹਾਂ, ਪਾਣੀ ਦੇ ਵਿੱਚ ਬੜੀ ਸ਼ਕਤੀ ਹੈ, ਤਾਸੀਰ ਬਦਲ ਦਿੰਦਾ ਹੈ। ਜਿਹੜੇ ਗਰਮ ਨੇ ਚੀਜ਼ਾਂ, ਜਿਹੜੇ ਡਰਾਈ ਫਰੂਟ ਵਗੈਰਾ, ਉਹਨਾਂ ਨੂੰ ਭਿਓ ਦਿਓ, ਉਹਨਾਂ ਦੀ ਤਾਸੀਰ ਜਿਹੜੀ ਹੈ ਉਹ ਠੰਡੀ ਹੋ ਜਾਂਦੀ, ਗਰਮਤਰ ਹੋ ਜਾਂਦੇ ਨੇ। ਇਸ ਤਰ੍ਹਾਂ ਨਾਲ ਉਂਝ ਉਹ ਖੁਸ਼ਕਤਰ ਨੇ। ਇਹ ਸਾਧ ਸੰਗਤ ਬਚਨ ਸੁਣਾ ਰਹੇ ਸਨ ਤੇ ਉਹਨੇ ਸੰਖੀਆ ਲਿਆਂਦਾ, ਕੱਚਾ ਉਹ ਜ਼ਹਿਰ ਹੁੰਦਾ ਹੈ, ਘੋਲ ਕੇ ਲਿਆਂਦਾ ਗਲਾਸ ਵਿੱਚ, ਖੜਾ ਹੋ ਗਿਆ ਸੰਗਤ ਵਿੱਚ। ਉਹ ਕਹਿੰਦਾ ਮੈਂ ਨਹੀਂ ਮੰਨਦਾ, ਇਹ ਕਿੱਦਾਂ ਹੋ ਸਕਦਾ ਹੈ ਵੀ ਅੰਮ੍ਰਿਤ ਤੇ ਜ਼ਹਿਰ ਬਰਾਬਰ ਹੋਵੇ। ਬਾਬਾ ਜੀ ਨੇ, ਬਾਬਾ ਖੁਦਾ ਸਿੰਘ ਜੀ ਨੇ ਆਖਿਆ ਭਾਈ ਐਵੇਂ ਪਰਤਾਵਾ ਨਹੀਂ ਲਈਦਾ, ਇਹ ਬਾਣੀ ਦਾ ਬਚਨ ਹੈ। ਉਹ ਕਹਿੰਦੇ ਨਹੀਂ ਮੈਂ ਮੰਨਦਾ ਨਹੀਂ। ਕਹਿੰਦੇ ਚੰਗਾ ਨਹੀਂ ਮੰਨਦਾ ਤੇ ਲਿਆ ਫਿਰ ਸਾਨੂੰ ਦੇ ਦੇ। ਉਹ ਕੀ ਹੋਇਆ, ਉਹਨਾਂ ਨੇ ਆਪਣੀ ਨਜ਼ਰ ਟਿਕਾਈ ਉਸ ਗਲਾਸ ਦੇ ਉੱਤੇ। ਹੁਣ ਇਹ ਗੱਲ ਆਪਾਂ ਮੰਨੀਏ ਭਾਵੇਂ ਨਾ ਮੰਨੀਏ, ਜਿਹਨੂੰ ਨਜ਼ਰ ਲੱਗਣਾ ਕਹਿੰਦੇ ਨਾ, ਬਸ ਉਹ ਆਹੀ ਗੱਲ ਹੈ ਜੇ ਸਮਝੀਏ ਉਹ ਗੱਲ ਨੂੰ। ਪਰ ਉਹਦੇ ਲਈ ਮੈਂ ਵਿਆਖਿਆ ਨਹੀਂ ਕਰ ਰਿਹਾ, ਕਿਉਂਕਿ ਵਿਆਖਿਆ ਲਈ ਉਹਦੇ ਲਈ ਵੱਖਰਾ ਸਾਧ ਸੰਗਤ ਇੱਕ ਪ੍ਰਸੰਗ ਬਣੇਗਾ, ਵੱਖਰਾ ਸਮਾਂ ਚਾਹੀਦਾ। ਪਰ ਇਹ ਜਿਹੜੀ ਹੈ ਨਾ ਨਜ਼ਰ, ਇਹਦਾ ਫਰਕ ਹੈ। ਇੱਕ ਬੰਦੇ ਆਮ ਦੀ ਨਜ਼ਰ ਹੈ, ਇੱਕ ਬੰਦਗੀ ਕਰਨ ਵਾਲੀ ਦੀ ਨਜ਼ਰ ਹੈ, ਦੋਨਾਂ ਵਿੱਚ ਫਰਕ ਹੈ। ਮਹਾਰਾਜ ਨੇ ਬਾਣੀ 'ਚ ਆਖਿਆ ਜਿਹੜਾ ਬ੍ਰਹਮ ਗਿਆਨੀ ਹੈ ਜਦੋਂ ਕਿਸੇ ਵੱਲ ਵੇਖਦਾ ਹੈ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਉਹ ਵਿਕਾਰੀ ਨਜ਼ਰ ਨਾਲ ਨਹੀਂ ਵੇਖਦਾ, ਉਹਦੇ ਅੰਦਰ ਸਾੜਾ ਨਹੀਂ, ਦਵੈਸ਼ ਭਾਵਨਾ ਨਹੀਂ। ਅੰਤਰਾਤਮੇ ਜਿਹੜਾ ਮਨ ਹੈ ਬੜੀਆਂ ਉਚਾਈਆਂ ਦੇ ਉੱਤੇ ਪਹੁੰਚਿਆ ਹੋਇਆ, ਜਦੋਂ ਵੇਖਦਾ ਹੈ ਅੰਮ੍ਰਿਤੀ ਵਰਾਉਂਦਾ ਹੈ ਬ੍ਰਹਮ ਗਿਆਨੀ। ਮਹਾਰਾਜ ਬਾਣੀ 'ਚ ਕਹਿ ਰਹੇ ਨੇ। ਇਸ ਤਰ੍ਹਾਂ ਨਾਲ ਸਾਧ ਸੰਗਤ ਇੱਕ ਹੁੰਦਾ ਬੰਦਾ ਬੰਦਗੀ ਤੋਂ ਸਖਣਾ ਸਾਕਤ, ਉਹਦੀ ਜਿਹੜੀ ਨਜ਼ਰ ਹੈ ਨਾ, ਪੁਰਾਣੇ ਬਜ਼ੁਰਗੇ ਕਿਆ ਕਰਦੇ ਸੀ, ਰੱਬ ਤੋਂ ਟੁੱਟੇ ਬੰਦੇ ਦੀ ਨਜ਼ਰ ਦੇ ਪੱਥਰ ਪਾੜ ਦਿੰਦੀ। ਇਹਦੇ ਗੱਲ ਵਿੱਚ ਬੜੀ ਸੱਚਾਈ ਹੈ। ਭਾਈ ਗੁਰਦਾਸ ਸਾਹਿਬ ਨੇ ਬਚਨ ਲਿਖਿਆ ਇਹਦੇ ਬਾਬਤ। ਖੈਰ ਬਾਬਾ ਜੀ ਨੇ ਉਹ ਪੜ੍ਹਿਆ, ਵਾਹਿਗੁਰੂ ਵੇਖਿਆ ਉਹਦੇ ਵੱਲ, ਕੋਈ ਪੜ੍ਹਿਆ ਮੁੱਖ ਦੇ ਵਿੱਚੋਂ। ਉਂਝ ਸਾਧ ਸੰਗਤ ਤਾਂ ਸਾਇੰਟੀਫਿਕ ਜੀ ਗੱਲ ਹੈ, ਇਹ ਗੱਲ ਨੂੰ ਹੁਣ ਧਾਰਮਿਕ ਸਾਇੰਸ ਮੰਨਣ ਲੱਗ ਪਈ ਹੈ ਵੀ ਜਿਵੇਂ ਪ੍ਰਸ਼ਾਦਾ ਆਪਾਂ ਛਕਣਾ ਨਾ, ਹੁਣ ਜਿਹੜੇ ਵੈਦ ਨੇ, ਉਹ ਮੈਂ ਵੈਦਾਂ ਦੀਆਂ ਗੱਲਾਂ ਤਾਂ ਜ਼ਿਆਦਾ ਤਾਂ ਕਰ ਦੇਣਾ, ਮੈਨੂੰ ਸ਼ੁਰੂ ਤੋਂ ਸ਼ੌਂਕ ਰਿਹਾ ਹੈ ਇਹਨਾਂ ਨੂੰ ਪੜ੍ਹਨ ਦਾ। ਵੈਦਗਿਰੀ ਜਿਹੜੀ ਹੈ ਉਹ ਇਹ ਕਹਿੰਦੀ ਹੈ ਵੀ ਜਿਵੇਂ ਤੁਸੀਂ ਪ੍ਰਸ਼ਾਦਾ ਛਕਣਾ ਜਾਂ ਕੁਝ ਗ੍ਰਹਿਣ ਕਰਨਾ, ਆਪਣੇ ਢਿੱਡ 'ਚ ਪਾਉਣਾ ਹੈ, ਉਸ ਤੋਂ ਪਹਿਲਾਂ ਜੇ ਬੰਦਾ ਗੁੱਸੇ 'ਚ ਹੋਵੇ, ਕ੍ਰੋਧ 'ਚ ਹੋਵੇ ਜਾਂ ਕਿਤੇ ਸੋਗ 'ਚ ਹੋਵੇ, ਗੱਲਾਂ ਦੋ ਨੇ, ਇੱਕ ਕ੍ਰੋਧ ਤੇ ਇੱਕ ਸੋਗ ਵਿੱਚ। ਮੰਨ ਲਓ ਕਿਸੇ ਕਾਰਨ ਕਰਕੇ ਚਿੰਤਾ ਲੱਗ ਗਈ, ਟੈਨਸ਼ਨ ਹੈ, ਪ੍ਰਸ਼ਾਦਾ ਨਾ ਛਕੋ। ਜਾਂ ਜੋ ਖਾ ਰਹੇ ਹੋ ਚਿੰਤਾ ਵਿੱਚ ਜਾਂ ਕ੍ਰੋਧ 'ਚ ਨਾ ਖਾਓ। ਮੱਥੇ ਤੇ ਤਿਉੜੀ ਪਾ ਕੇ ਖਾਣ ਵਾਲੇ ਸਾਵਧਾਨ ਹੋ ਜਾਣ, ਉਹ ਜ਼ਹਿਰ ਖਾ ਰਹੇ ਨੇ, ਰੋਟੀ ਨਹੀਂ ਖਾ ਰਹੇ। ਸਾਧ ਸੰਗਤ ਤੋਂ ਸਾਰਾ ਕੁਝ ਉਹਨਾਂ ਦੇ ਸਰੀਰ ਨੂੰ ਜ਼ਹਿਰ ਦੀ ਤਰ੍ਹਾਂ ਲੱਗੇਗਾ। ਵੈਦਗਿਰੀ ਦਾ ਨੁਕਤਾ ਹੈ। ਖੁਸ਼ੀ ਖੁਸ਼ੀ ਪ੍ਰਸ਼ਾਦਾ ਛਕਣਾ ਸ਼ਾਇਦ ਇਹੀ ਕਾਰਨ ਰਿਹਾ ਹੋਣਾ। ਮਹਾਰਾਜ ਨੇ ਸਾਨੂੰ ਸੁਚੇਤ ਕੀਤਾ ਸ਼ੁਰੂ ਤੋਂ। ਗੁਰੂ ਅਮਰਦਾਸ ਮਹਾਰਾਜ ਦਾ ਬਚਨ ਆਉਂਦਾ ਇਤਿਹਾਸ ਵਿੱਚ, ਮਹਾਰਾਜ ਨੇ ਆਖਿਆ ਵਾਹਿਗੁਰੂ ਕਹਿ ਕੇ
ਮੂੰਹ ਵਿੱਚ ਅੰਨ ਪਾਉਣ ਦੇ ਨਾਲ ਬਰਕਤ ਪੈਂਦੀ ਹੈ। ਤੇ ਗਰੀਬ ਨਵਾਜ ਦੀ ਬਾਣੀ ਸੁਖਮਣੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ। ਗੁਰਮੁਖ ਹਮੇਸ਼ਾ ਆਪਣੀ ਨਜ਼ਰ ਨੂੰ ਟਿਕਾ ਕੇ ਪ੍ਰਸ਼ਾਦੇ ਦੇ ਉੱਤੇ ਪਹਿਲਾਂ ਕੋਈ 2 ਮਿੰਟ 1 ਮਿੰਟ ਬੰਦਗੀ ਕਰਦਾ। ਤੇ ਸਾਧ ਸੰਗਤ ਕਈ ਵਾਰਾਂ ਤੁਸੀਂ ਵੇਖਿਆ ਹੋਣਾ, ਜਿਹਨੂੰ ਨਹੀਂ ਸੋਝੀ ਉਹਦੇ ਪ੍ਰਸ਼ਾਦਾ ਬਣਾਉਂਦਿਆਂ ਵਿੱਚੋਂ ਚਮਚੇ ਭਰ ਕੇ ਸਵਾਦ ਵਹਿੰਦਾ ਹੈ। ਪ੍ਰਸ਼ਾਦਾ ਪਾ ਰਹੇ ਹੁੰਦੇ ਥਾਲੀ 'ਚ ਉਂਗਲਾਂ ਚੱਟ ਰਹੇ ਹੁੰਦੇ ਨੇ ਵੀ ਤੂੰ ਪਹਿਲਾਂ ਸ਼ੁਕਰ ਤੇ ਕਰ ਲਾ ਵਾਹਿਗੁਰੂ ਦਾ, ਵੀ ਤੂੰ ਦਿੱਤਾ ਵਾਹਿਗੁਰੂ, ਤੇਰਾ ਸ਼ੁਕਰ ਹੈ। ਕਲਗੀਧਰ ਪਿਤਾ ਮਹਾਰਾਜ ਦਾ ਇਤਿਹਾਸ ਕਹਿੰਦਾ, ਘੋੜੇ ਤੇ ਚੜ੍ਹਦੇ ਸਨ ਤਬ ਪ੍ਰਸਾਦ ਕਹਿੰਦੇ ਸਨ ਵੀ ਇਹ ਤੇਰੀ ਕਿਰਪਾ। ਕੱਪੜੇ ਪਾਉਂਦੇ ਸਨ ਤਬ ਪ੍ਰਸਾਦ ਕਹਿੰਦੇ ਵਾਹਿਗੁਰੂ ਤੇਰੀ ਕਿਰਪਾ ਹੈ ਹੀ ਸਭ ਕੁਝ ਉਹਦੀ ਕਿਰਪਾ ਸਦਕਾ। ਸੌ ਰਹੇ ਹਾਂ, ਨੀਂਦ ਆਈ ਹੈ ਉਹਦੀ ਕਿਰਪਾ ਹੈ। ਜਾਗੇ ਹਾਂ, ਜਾਗਰਤ ਅਵਸਥਾ ਬਣੀ ਹੈ, ਨੀਂਦ ਦੂਰ ਹੋਈ ਹੈ ਉਹਦੀ ਕਿਰਪਾ। ਸਾਰਾ ਕੁਝ ਤੇ ਉਹਦੀ ਕਿਰਪਾ ਨਾਲ ਹੈ। ਜੇ ਕਾਰਜ ਰਾਸ ਹੋਇਆ ਉਹਦੀ ਕਿਰਪਾ ਹੈ। ਸਾਧ ਸੰਗਤ ਬੰਦੇ ਦਾ ਮਾਣ ਤੇ ਐਵੇਂ ਝੂਠਾ ਹੈ। ਸਭ ਕੁਝ ਕਰਨ ਕਰਾਵਣਹਾਰ ਮਹਾਰਾਜ ਬਾਣੀ 'ਚ ਕਹਿੰਦੇ ਉਹੀ ਹੈ। ਪਰ ਬੰਦਾ ਜਦੋਂ ਮੰਨਣ ਲੱਗ ਪਵੇਗਾ ਗੱਲ ਦੀ ਜ਼ਿੰਦਗੀ 'ਚ ਤਾਂ ਹੀ ਬਣੇਗੀ ਨਾ। ਜੇ ਪ੍ਰਸਾਦ ਸੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਜੇ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕੋ ਸਿਮਰਤ ਪਰਮ ਗਤ ਪਾਵਹਿ। ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ। ਮਹਾਰਾਜ ਕਹਿੰਦੇ ਜਿਹਦੀ ਕਿਰਪਾ ਸਦਕਾ ਦੁਨਿਆਵੀ ਰੰਗ ਰਸ ਭੋਗਦਾ ਉਹ ਧਿਆਉਣ ਜੋਗ ਵਾਹਿਗੁਰੂ ਉਹਨੂੰ ਧਿਆ। ਇਸ ਤਰ੍ਹਾਂ ਨਾਲ ਸਾਧ ਸੰਗਤ ਜੀ ਬਾਬਾ ਜੀ ਨੇ ਉਹ ਪੀ ਲਿਆ ਸੰਖੀਆ, ਕੁਝ ਨਹੀਂ ਹੋਇਆ। ਉਹ ਵੇਖ ਰਿਹਾ ਸੀ ਵੀ ਹੁਣ ਇਹਨਾਂ ਨੂੰ ਜ਼ਹਿਰ ਚੜ੍ਹ ਜਾਣਾ, ਕੁਝ ਨਹੀਂ ਹੋਇਆ। ਬਾਬਾ ਜੀ ਦੀ ਜੀਵਨੀ ਦੇ ਵਿੱਚ ਬਚਨ ਲਿਖਿਆ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾ ਰਹੇ ਨੇ ਬ੍ਰਹਮ ਗਿਆਨੀ ਦੀ ਅਵਸਥਾ। ਹੁਣ ਆਪਣੇ ਕੋਲ ਬਹੁਤਾ ਵਕਤ ਨਹੀਂ, ਇੱਕ ਬਚਨ ਸਰਵਣ ਕਰੋ। ਜਦੋਂ ਬ੍ਰਹਮ ਗਿਆਨੀ ਦੀ ਅਸ਼ਟਪਦੀ ਸ਼ੁਰੂ ਹੁੰਦੀ ਹੈ, ਪਹਿਲਾ ਪਦਾ ਮਹਾਰਾਜ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਰਹਿੰਦਾ ਦੁਨੀਆ 'ਚ ਹੈ। ਹੋ ਸਕਦਾ ਉਹਨੇ ਵਿਆਹ ਵੀ ਕਰਾਇਆ ਹੋਵੇ, ਧੀਆਂ ਪੁੱਤਰਾਂ ਵਾਲਾ ਹੋਵੇ, ਪਦਾਰਥ ਹੋਣ ਉਹਦੇ ਕੋਲ ਵੀ, ਘਰ ਵੀ ਹੋਵੇ, ਪਰ ਉਹਦੀ ਜ਼ਿੰਦਗੀ 'ਚ ਤੇ ਸਾਡੀ ਜ਼ਿੰਦਗੀ 'ਚ ਫਰਕ ਕੀ ਹੈ? ਅਸੀਂ ਸਾਧ ਸੰਗਤ ਵਿੱਚ ਮੋਹਿਤ ਹੁੰਦੇ ਹਾਂ ਪਦਾਰਥਾਂ ਦੇ। ਉਹ ਪਦਾਰਥਾਂ ਨੂੰ ਭੋਗਦੇ ਪਰ ਹੁੰਦੇ ਨਿਰਲੇਪ ਨਹੀਂ, ਵੱਖਰੇ ਰਹਿੰਦੇ ਉਹ ਆਤਮਾ ਕਰਕੇ ਪਦਾਰਥਾਂ ਤੋਂ। ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਸਦਾ ਨਿਰਲੇਪ। ਨਿਰਲੇਪ ਮੈਨੇ ਵੱਖਰੇ ਰਹਿਣਾ, ਬੇਦਾਗ ਰਹਿਣਾ, ਅਟੰਕ ਰਹਿਣਾ, ਅਸੰਗ ਰਹਿੰਦੇ ਪਦਾਰਥਾਂ ਤੋਂ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ। ਜਿਵੇਂ ਜਲ ਦੇ ਵਿੱਚ ਹੀ ਰਹਿੰਦਾ ਕਮਲ ਦਾ ਫੁੱਲ, ਪਰ ਜਲ ਉਹਨੂੰ ਗਾਲਦਾ ਨਹੀਂ ਕਿਉਂਕਿ ਉੱਚਾ ਉੱਠ ਕੇ ਰਹਿੰਦਾ ਹੈ। ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਨਿਰਦੋਖ ਹੈ, ਪਾਪਾਂ ਤੋਂ ਬਚਿਆ ਰਹਿੰਦਾ, ਪਾਪਾਂ ਨੂੰ ਸਾੜ ਦਿੰਦਾ ਹੈ। ਜੈਸੇ ਸੂਰ, ਸੂਰ ਮੈਨੇ ਸੂਰਜ, ਸਰਬ ਕੋ ਸੋਖ। ਜਿਵੇਂ ਗੰਦਗੀ ਦੇ ਉੱਤੇ ਵੀ ਸੂਰਜ ਦੀਆਂ ਕਿਰਨਾਂ ਪੈਂਦੀਆਂ, ਵਿੱਚੋਂ ਰਸ ਨੂੰ ਸੋਖ ਲੈਂਦੀਆਂ, ਗੰਦਗੀ ਉੱਦਾਂ ਹੀ ਪਈ ਰਹਿੰਦੀ ਹੈ। ਸੂਰਜ ਗੰਦਾ ਤੇ ਨਹੀਂ ਨਾ ਹੁੰਦਾ। ਮਹਾਰਾਜ ਸਾਹਿਬ ਜੀ ਕਹਿੰਦੇ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਬ੍ਰਹਮ ਗਿਆਨੀ ਦ੍ਰਿਸ਼ਟੀ ਕਰਕੇ ਸਮਾਨ ਤੱਕਦਾ ਸਭ ਵੱਲ, ਉਹਦੇ ਵਿੱਚ ਉਹਦੀ ਦ੍ਰਿਸ਼ਟੀ ਵਿੱਚ ਫਰਕ ਨਹੀਂ ਹੁੰਦਾ, ਇੱਕੋ ਜਿਹੀ ਤੱਕਣੀ ਹੈ ਉਹਦੀ ਜ਼ਿੰਦਗੀ ਦੇ ਅੰਦਰ ਸਭ ਲਈ। ਉਹ ਇਹ ਨਹੀਂ ਉਹਦਾ ਕੋਈ ਮਿੱਤਰ ਹੈ ਤੇ ਕੋਈ ਉਹਦਾ ਦੁਸ਼ਮਣ ਹੈ। ਬ੍ਰਹਮ ਗਿਆਨੀ ਸਦਾ ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ। ਹਵਾ ਮਹਾਰਾਜ ਕਹਿੰਦੇ ਜਿਵੇਂ ਹਵਾ ਰਾਜੇ ਨੂੰ ਵੀ ਲੱਗਦੀ ਹੈ, ਰੰਕ ਨੂੰ ਵੀ ਲੱਗਦੀ। ਇਹ ਨਹੀਂ ਕਿ ਹਵਾ ਆਖੇ ਮੈਂ ਰਾਜੇ ਨੂੰ ਹੀ ਸਾਹ ਦੇਣਾ ਹੈ, ਗਰੀਬ ਜਿਹੜਾ ਉਹਦਾ ਤੇ ਸਾਹ ਮੈਂ ਰੋਕ ਹੀ ਦੇਣਾ, ਉਹਦੇ ਅੰਦਰ ਨਹੀਂ ਜਾਣਾ ਚਾਹੁੰਦੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ। ਬਚਨ ਹੋਰ ਵੀ ਨੇ ਪਰ ਆਪਾਂ ਵਕਤ ਹੋ ਗਿਆ, ਸਮਾਪਤੀ ਕਰੀਏ। ਭਾਈ ਸਾਹਿਬ ਪਹੁੰਚ ਗਏ ਨੇ। ਅਖੀਰਲਾ ਪਦਾ ਸੱਚੇ ਪਾਤਸ਼ਾਹ ਕਹਿੰਦੇ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ। ਇਹਦੇ ਲਈ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਬੰਦਗੀ ਦੇ ਨਾਲ ਨਾਲ। ਮਹਾਰਾਜ ਜੀ ਇਹ ਸਾਡੇ ਤੇ ਵੀ ਕਿਰਪਾ ਕਰ ਦਿਓ। ਜ਼ਿੰਦਗੀ ਵਿੱਚ ਜੁਗਤੀ ਮਿਲ ਸਕਦੀ, ਸਭ ਕਹਿੰਦੇ ਮਿਲ ਤੇ ਸਕਦੀ ਹੈ, ਪਰ ਗੁਰ ਕਿਰਪਾ ਸਦਕਾ ਹੀ ਮਿਲੇਗੀ, ਆਪਣੇ ਜ਼ੋਰ ਨਾਲ ਨਹੀਂ। ਕੋਈ ਆਖੇ ਮੈਂ ਆਪ ਖੁਦ ਬੰਦਗੀ ਕਰਕੇ ਸੇਵਾ ਕਰਕੇ ਪਾ ਲਵਾਂਗਾ, ਠੀਕ ਹੈ, ਸੇਵਾ ਸਿਮਰਨ ਜ਼ਰੂਰੀ ਹੈ, ਪਰ ਗੁਰਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਇਹ ਅਵਸਥਾ ਕਿਸੇ ਨੂੰ ਮਿਲ ਸਕਦੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਮਨੁੱਖ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦਾ ਹੈ
ਇਉਂ ਲੀਨ ਹੁੰਦੀ ਉਹਦੀ ਆਤਮਾ ਪਰਮਾਤਮਾ ਦੇ ਵਿੱਚ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੇ ਰਾਮ ਵਸੇ ਮਨ ਮਾਹੇ। ਉਹਨਾਂ ਦੀ ਆਤਮਾ ਇਉਂ ਪਰਮਾਤਮਾ 'ਚ ਲੀਨ ਹੁੰਦੀ। ਸਾਹਿਬ ਜੀ ਕਹਿੰਦੇ ਜੋ ਪਾਣੀ ਸੰਗ ਪਾਣੀ, ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ, ਪਾਣੀ 'ਚ ਪਾਣੀ ਪਾ ਦਿੱਤਾ, ਕੋਈ ਫਰਕ ਤੇ ਨਹੀਂ। ਹੁਣ ਕੋਈ ਪਾਣੀ ਦਾ ਗਲਾਸ ਆਪਣਾ ਜਿਹੜਾ ਉਹਨੂੰ ਰੋੜ ਕੇ ਦਰਿਆ 'ਚ ਆਖੇ ਦਰਿਆ ਦੇ ਵਿੱਚੋਂ ਮੈਂ ਦੁਬਾਰਾ ਕੱਢਣਾ ਚਾਹੁੰਦਾ ਨਹੀਂ, ਉਹ ਇੱਕ ਰੂਪ ਹੋ ਗਿਆ। ਇਸ ਤਰ੍ਹਾਂ ਉਹਨਾਂ ਦੀ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਅੱਜ ਜੋ ਸ਼ਬਦ ਬਖਸ਼ਿਸ਼ ਕੀਤਾ, ਇਹਦਾ ਮਤਲਬ ਰੂਹਾਨੀ ਜੀਵਨ ਦੀ ਇੰਤਹਾ, ਬਹੁਤ ਉੱਚਾ ਸੁੱਚਾ ਜੀਵਨ ਜਿਹੜਾ ਗੁਰਾਂ ਦੀ ਕਿਰਪਾ ਸਦਕਾ ਪ੍ਰਗਟ ਹੋ ਸਕਦਾ ਹੈ। ਮਹਾਰਾਜ ਸਾਹਿਬ ਜੀ ਕਿਰਪਾ ਰਹਿਮਤ ਕਰਨ ਹੋਈਆਂ ਬੇਅੰਤ ਬੇਅੰਤ ਭੁੱਲਾਂ ਲਈ ਖਿਮਾ। ਹੁਣ ਆਪ ਜੀ ਦੇ ਸਨਮੁਖ ਭਾਈ ਸਾਹਿਬ ਭਾਈ ਹਰਚਰਨ ਸਿੰਘ ਜੀ ਖਾਲਸਾ, ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਕੀਰਤਨੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸ੍ਰੀ ਅੰਮ੍ਰਿਤਸਰ ਸਾਹਿਬ, ਆਓ ਉਹਨਾਂ ਪਾਸੋਂ ਸਾਹਿਬਾਂ ਦੀ ਬਾਣੀ ਦੇ ਕੀਰਤਨ ਸੁਣ ਕੇ ਲਾਹਾ ਖੱਟੀਏ। ਬੇਅੰਤ ਭੁੱਲਾਂ ਲਈ ਦਾਸ ਨੂੰ ਖਿਮਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।